ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂ ਸੁਲਤਾਨ ਕਹਾਂ ਹੋਮੀਆਂ ਤੇਰੀ ਕਮਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜੰਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਮੁਕੱਦਸ ਦਿਹਾੜਾ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਕਿਰਪਾ ਕਰਨ, ਸਭ ਦੇ ਉੱਤੇ ਰਹਿਮਤਾਂ ਭਰੀ ਛੜੀ ਰੱਖਣ। ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲ ਸਕੀਏ। ਬੇਨਤੀ ਹੈ ਪਿਆਰ ਵਾਲੀ, ਜਿਤਨੇ ਵੀ ਆਪ ਸ਼ਰੀਰ ਬੈਠੇ ਹੋ, ਕੈਮਰਾ ਆਨ ਕਰਕੇ ਗੁਰੂ ਦੀ ਕਿਰਪਾ ਦੇ ਸਦਕੇ ਇਕਾਗਰ ਚਿੱਤ ਮਨ ਕਰਕੇ ਬੈਠੋ। ਜਿੱਥੇ ਸਰੀਰ ਦੀ ਹਾਜ਼ਰੀ ਲੱਗ ਰਹੀ ਹੈ ਤੁਹਾਡੀ, ਗੁਰੂ ਕਿਰਪਾ ਕਰਨ ਮਨ ਦੀ ਵੀ ਹਾਜ਼ਰੀ ਸਾਡੀ ਲੱਗ ਜਾਏ। ਮਨ ਬਿਰਤੀ ਇਕਾਗਰ ਕਰੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਮੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜਿਨ੍ਹਾਂ ਦਾ ਆਗਮਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਾਤਾ ਕ੍ਰਿਸ਼ਨਾ ਕੌਰ ਜੀ ਦੇ ਗ੍ਰਹਿ ਵਿਖੇ ਉਸ ਪਾਵਨ ਪਵਿੱਤਰ ਧਰਤੀ ਕੀਰਤਪੁਰ ਸਾਹਿਬ, ਜ਼ਿਲ੍ਹਾ ਰੋਪੜ, ਪੰਜਾਬ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ੀਸ਼ ਮਹਿਲ ਮਹਾਰਾਜ ਦੀ ਕਿਰਪਾ ਦੁਆਰਾ ਬਿਰਾਜਮਾਨ ਹੈ। ਉਸ ਸਥਾਨ 'ਤੇ ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਬਹੁਤ ਹੀ ਸੁੰਦਰ, ਬਹੁਤ ਹੀ ਪਿਆਰ, ਕੋਮਲ ਸੁਭਾਅ, ਉਮਰ ਭਾਵੇਂ ਛੋਟੀ ਹੈ
ਪਰ ਗਿਆਨ ਬਹੁਤ ਜ਼ਿਆਦਾ ਹੈ। ਗੁਰੂ ਦੇ ਬੜੇ ਨੇੜੇ ਹਨ। ਹਾਲਾਂਕਿ ਵੱਡੇ ਭਰਾਤਾ 6-7 ਸਾਲ ਵੱਡੇ ਵੀ ਸਨ। ਮਾਤਾ ਰਾਮ ਕੌਰ ਤੋਂ ਉਹਨਾਂ ਦਾ ਜਨਮ ਹੋਇਆ ਹੈ। ਉਹਨਾਂ ਦਾ ਨਾਮ ਰਾਮ ਰਾਏ ਹੈ। ਜਿਸ ਤਰ੍ਹਾਂ ਹਰ ਰਾਏ ਰਾਏ ਤੇ ਰਾਮ ਕੌਰ ਰਾਮ ਰਾਏ, ਤੇ ਹਰੀ ਕ੍ਰਿਸ਼ਨ ਭਾਵ ਮਾਤਾ ਕ੍ਰਿਸ਼ਨ ਤੇ ਪਿਤਾ ਹਰ ਤੋਂ ਲੈ ਕੇ ਹਰ ਕ੍ਰਿਸ਼ਨ ਪਿਤਾ ਨੇ ਨਾਮ ਰੱਖੇ ਹਨ। ਬੜੀ ਕਿਰਪਾ ਸਭ ਤੋਂ ਵੱਡੀ ਗੱਲ ਹੈ। ਉਮਰ ਛੋਟੀ ਹੈ ਪਰ ਗਿਆਨ ਦੀ ਲਿਮਟ ਨਹੀਂ ਹੈ ਕੋਈ। ਸਭ ਤੋਂ ਵੱਡੀ ਗੱਲ ਹੈ, ਗੁਰੂ ਘਰ ਦੇ ਵਿੱਚ ਗੱਦੀ ਇਸ ਤਰ੍ਹਾਂ ਕਹਿ ਲਓ, ਜੋਤ ਉਸ ਦੇ ਵਿੱਚ ਟਿਕੀ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਿਆ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਖਸਮੇ ਕਾ ਮਹਿਲ ਪਾਏ ਸੀ। ਗੱਲ ਜਿਵੇਂ ਗੁਰੂ ਸਾਹਿਬ ਦੇ ਬਚਨ ਧਿਆਨ ਨਾਲ ਸੁਣਨੇ, ਗੁਰੂ ਦੀ ਗੱਲ ਅਨੁਸਾਰ ਚੱਲਣਾ, ਇਹ ਇਹਨਾਂ ਦਾ ਸੁਭਾਅ ਸੀ। ਇੱਕ ਵੱਡੀ ਗੱਲ ਹੈ, ਜਦੋਂ ਤੁਸੀਂ ਮਾਤਾ ਪਿਤਾ ਤੁਸੀਂ ਬੈਠੇ ਹੋ, ਬੱਚੇ ਤੁਹਾਡੇ ਕਹਿਣੇ ਵਿੱਚ ਜਿਹੜਾ ਹੋਵੇ, ਤੁਹਾਨੂੰ ਸੁਭਾਵਕ ਹੈ ਉਹ ਬੜਾ ਪਿਆਰਾ ਲੱਗੇਗਾ। ਬਹੁਤ ਪਿਆਰ ਮਿਲਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਦੇਖੋ ਇੱਕ ਗੱਲ ਹੈ, ਆਮ ਤੌਰ 'ਤੇ ਕਿਸੇ ਨੇ ਵੋਟ ਪਾਣੀ ਹੋਵੇ ਨਾ, ਤੇ 18 ਸਾਲ ਦਾ ਤਦ ਤੱਕ ਹੋਏ ਨਾ ਤੇ ਉਹਦੀ ਵੋਟ ਨਹੀਂ ਪੈਂਦੀ। ਇੱਥੋਂ ਤੱਕ ਜੇ ਤੁਸੀਂ ਆਨੰਦ ਕਾਰਜ ਵੀ ਕਰਨਾ ਹੈ ਬੱਚੇ ਦਾ, ਤੇ ਘੱਟੋ ਘੱਟ 18 ਦਾ ਤੇ ਹੋਣਾ ਚਾਹੀਦਾ ਹੈ। ਕਿਸੇ ਨੇ ਲਾਇਸੈਂਸ ਬਣਾਉਣਾ ਹੈ, ਦੁਨੀਆ ਦੇ ਲੋਕ ਕਹਿੰਦੇ ਨੇ ਕਿ ਘੱਟੋ ਘੱਟ 18 ਸਾਲ ਦੀ ਤੇ ਉਹਦੀ ਉਮਰ ਹੋਵੇ। ਧਿਆਨ ਨਾਲ ਸਰਵਨ ਕਰਨਾ। 18 ਸਾਲ ਦੀ ਉਮਰ ਵਾਸਤੇ ਵੋਟ ਵੀ ਪਾਣੀ ਹੋਵੇ ਤੇ 18 ਸਾਲ ਦੀ ਉਮਰ ਤੱਕ, ਜਦ ਤੱਕ ਬੱਚਾ ਹੁੰਦਾ ਨਹੀਂ, ਉਹਨੂੰ ਸਰਕਾਰਾਂ ਨਹੀਂ ਮੰਨਦੀਆਂ। ਉਹ ਕਹਿੰਦੇ ਨੇ ਹਲੇ ਬਚਪਨਾ ਹੈ। ਕੋਈ ਯਕੀਨ ਨਹੀਂ ਕਰ ਸਕਦਾ। ਤੁਹਾਡੇ ਘਰਾਂ ਵਿੱਚ ਵੀ ਬੱਚੇ ਨੇ, ਸਾਡੇ ਘਰਾਂ ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਬੱਚੇ ਹਨ। 1600 ਮੇਰਾ ਖਿਆਲ 56 ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, 7 ਜੁਲਾਈ। ਤੇ 1661 ਵਿੱਚ ਗੁਰਤਾ ਗੱਦੀ ਵੀ ਗੁਰੂ ਹਰਿਰਾਏ ਸਾਹਿਬ ਨੇ ਦਿੱਤੀ ਹੈ। ਕਿਤਨੀ ਕੁ ਉਮਰ ਬਣ ਗਈ, ਨਵੰਬਰ ਦਾ ਮਹੀਨਾ ਸੀ, 5.5 ਸਵਾ 5 ਸਾਲ ਬੰਦੇ ਨੇ। ਤੁਸੀਂ ਅਮੇਜ਼ਿੰਗ ਕਰੋ, ਘਰ ਦੇ ਵਿੱਚ ਬੱਚੇ ਨੇ, ਉਹ ਠੀਕ ਤਰ੍ਹਾਂ ਆਪਣੇ ਕੱਪੜੇ ਵੀ ਨਹੀਂ ਪਾ ਸਕਦੇ। ਤੇ ਗੁਰਤਾ ਗੱਦੀ ਕੋਈ ਛੋਟੀ ਗੱਲ ਥੋੜੀ ਹੈ। ਦੇਖੋ, ਗੁਰਤਾ ਗੱਦੀ ਉਹਨੂੰ ਮਿਲਦੀ ਹੈ ਜਿਹਦੇ ਵਿੱਚ ਪੂਰੇ ਗੁਰੂ ਦੀ ਬਖਸ਼ਿਸ਼, ਗਿਆਨ, ਕਿਉਂਕਿ ਪਿਤਾ ਕੋਲੋਂ ਗੁਰੂ ਘਰ ਦੀਆਂ ਸਾਖੀਆਂ ਬਾਣੀ ਸੁਣਦੇ ਸਨ। ਪਰ 5 ਸਾਲ ਉਮਰ ਕੀ ਹੁੰਦੀ ਹੈ? ਦੇਖੋ 5 ਸਾਲ ਦੀ ਉਮਰ ਵਿੱਚ ਭਗਤ ਵੀ ਬਣਦੇ ਅਸੀਂ ਦੇਖੇ ਨੇ। ਬਾਣੀ ਵੀ ਕਹਿ ਰਹੀ ਹੈ, 7 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ। ਛੋਟੀ ਉਮਰ ਦਾ ਅਮਰ ਅਟਾਰੇ। 7 ਸਾਲ ਦਾ ਕੀ ਸੀ ਧਰੂ? ਤੇ ਪ੍ਰਹਲਾਦ ਕਿੰਨੇ ਸਾਲ ਦਾ? 9 ਸਾਲ ਦਾ। ਛੋਟੀ ਉਮਰ ਦੇ ਭਗਤ ਤੇ ਬਣੇ ਵੇਖੇ ਨੇ। ਜੇ ਉਮਰ ਦੀ ਗੱਲ ਹੁੰਦੀ ਤੇ ਫਿਰ ਮੈਂ ਵੇਖਿਆ 90 ਸਾਲ ਦੇ ਜਿਹੜੇ ਹੁੰਦੇ ਨੇ ਨਾ, ਬੱਚਿਆਂ ਵਾਲੀ ਗੱਲਾਂ ਕਰ ਲੈਂਦੇ ਨੇ ਕਈ। ਤੇ ਕਈ
10-12 ਸਾਲ ਦਾ ਬੱਚਾ ਵੱਡਿਆਂ ਦੀ ਗੱਲ ਕਰਦਾ ਹੈ। ਇਹ ਸਾਡੇ ਵਿੱਚ ਇੱਕ ਗੱਲ ਮਿਲਦੀ ਵੇ ਜਿਹਨੂੰ ਬਾਬਾ ਬੁੱਢਾ ਜੀ ਕਹਿੰਦੇ ਨੇ। ਮੈਂ ਤੁਹਾਡਾ ਧਿਆਨ ਤਾਂ ਲਿਆ ਰਿਹਾ ਇੱਥੇ ਕਿ ਗੁਰੂ ਘਰ ਦੇ ਅੰਦਰ ਉਮਰ ਦਾ ਤਕਾਜ਼ਾ ਨਹੀਂ ਹੈ। ਕੋਈ ਸੋਚੇ ਕਿ ਮੈਂ ਦੇਖੋ, ਤੁਸੀਂ ਇਮੇਜਿਨ ਕਰ ਲਓ ਕਿ 5 ਸਾਲ ਦੇ ਬੱਚੇ ਨੂੰ ਗੁਰੂ ਬਣਾਇਆ ਜਾਏ ਤੇ ਪਹਿਲਾਂ ਇੱਕ ਤੇ ਦਿਮਾਗ ਵਿੱਚ ਆਏਗਾ 5 ਸਾਲ ਦਾ ਬੱਚਾ ਇੰਨੀ ਵੱਡੀ ਜ਼ਿੰਮੇਵਾਰੀ ਗੁਰੂ ਨਾਨਕ ਦੇ ਘਰ ਦੀ ਗੱਦੀ ਨੂੰ ਕਿਵੇਂ ਸੰਭਾਲੇਗਾ। ਹਰ ਇੱਕ ਦੇ ਵਿੱਚ ਇੱਕ ਸ਼ੰਕਾ ਆਏਗੀ। ਪਰ ਕਮਾਲ ਦੀ ਗੱਲ ਹੈ, ਗੁਰੂ ਸਾਹਿਬ ਉਦਾਹਰਣ ਵੀ ਦੇਖੋ ਕਿਵੇਂ ਦਿੰਦੇ ਨੇ ਬਾਣੀ ਵਿੱਚ। ਕਬੀਰ ਸਾਹਿਬ ਕਹਿੰਦੇ ਨੇ, ਸਿੱਖਾ ਜੇ ਤੂੰ ਨਾਮ ਜਪਣਾ ਹੈ ਨਾ, ਕਿਸੇ ਵੱਡੇ ਦੀ ਉਦਾਹਰਣ ਨਹੀਂ ਦਿੱਤੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣਾ ਹੀ ਤੇ ਧਰੂ ਪ੍ਰਹਲਾਦ ਹਰ ਜਪ। ਕਮਾਲ ਦੀ ਗੱਲ ਹੈ, ਕਿਸੇ ਵੱਡੇ ਵਡੇਰੇ ਦੀ ਗੱਲ ਨਹੀਂ। ਦੁਨੀਆ ਦੇ ਲੋਕ 18 ਤੱਕ ਕੁਛ ਨਹੀਂ। ਮੈਂ ਤਾਂ ਇੱਕ ਵੱਡੇ ਬੁੱਧੀਵਾਨ ਜੀਵ ਨੂੰ ਹੀ ਪੜ੍ਹ ਰਿਹਾ ਸੀ, ਉਹ ਕਹਿੰਦੇ 35 ਸਾਲ ਤੱਕ ਮੈਚੋਰਟੀ ਨਹੀਂ ਆਉਂਦੀ ਬੰਦੇ ਵਿੱਚ। ਪਰ ਮੈਂ ਜਦ ਆਪਣੇ ਗੁਰੂ ਘਰ ਵਿੱਚ ਵੇਖਣਾ ਤੇ ਇੱਥੇ ਤੇ ਭਗਤ ਵੀ ਹੋਏ ਨੇ, ਬ੍ਰਹਮ ਗਿਆਨੀ ਵੀ ਛੋਟੀ ਉਮਰ ਦੇ ਹੋਏ ਨੇ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸੀ ਨਾ, ਬੂੜਾ ਸੀ। ਤੇ ਗੱਲ ਹੀ ਐਸੀ ਮਹਾਰਾਜ ਦਾ ਕੀਤੀ, ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਤੇ ਮਹਾਰਾਜ ਨੇ ਕਿਹਾ, ਮੰਗ ਕੀ ਕਹਿਣਾ ਹੈ? ਕਹਿੰਦਾ, ਇਹ ਤੇ ਸਰੀਰਿਕ ਖੁਰਾਕ ਹੈ, ਆਤਮਾ ਕਿਵੇਂ ਰਚੇਗੀ? ਮਹਾਰਾਜ ਕਹਿੰਦੇ ਨੇ, ਉਮਰ ਕਿੰਨੀ ਹੈ? ਕਹਿੰਦਾ 12 ਸਾਲ। ਕਹਿੰਦੇ ਨੇ, ਬੱਚਿਆਂ ਨਾਮ ਕੀ ਹੈ? ਬੂੜਾ। ਕਹਿੰਦੇ ਨੇ, ਤੂੰ ਬੂੜਿਆਂ, ਤੂੰ ਬੱਚਾ, ਪਰ ਗੱਲ ਤੂੰ ਬੁੱਢਿਆਂ ਵਾਲੀ ਕੀਤੀ ਹੈ। ਤੇਰਾ ਨਾਮ ਅੱਜ ਤੋਂ ਬਾਬਾ ਬੁੱਢਾ ਜੀ ਪੈ ਗਏ, ਬਾਬਾ। 7 ਤੇ 9 ਸਾਲ ਦੇ ਸ਼ਹਾਦਤ ਦਾ ਵੀ ਜਾਮ ਪੀਤਾ ਹੈ। ਸੁਰਤ ਲੈ ਜਾਓ, ਜੁਝਾਰ ਸਿੰਘ, ਵਾਹਿਗੁਰੂ ਫਤਿਹ ਸਿੰਘ, ਜੋਰਾਵਰ ਸਿੰਘ, ਕਿੰਨੀ ਉਮਰ ਸੀ। ਗੁਰੂ ਘਰ ਵਿੱਚ ਉਹ ਕ੍ਰਿਸ਼ਮੇ, ਉਹ ਕਰਾਮਾਤਾਂ ਨੇ ਜਿੱਥੇ ਸੰਸਾਰ ਦੀ ਸੋਚ ਮੁੱਕਦੀ ਹੈ, ਗੁਰੂ ਦੀ ਸੋਚ ਉੱਥੇ ਆਰੰਭ ਹੁੰਦੀ ਹੈ। ਦੇਖੋ, ਦੁਨੀਆ ਦੇ ਲੋਕ ਕਹਿੰਦੇ ਨੇ ਨਾ, 84 ਪੂਰ ਹੋਏ, 85 ਪੱਗ ਖਿਸੇ, 60 ਕੇ ਬੜੇਪਾ ਆਵੇ। ਕਹਿੰਦੇ ਨੇ 50 ਤੋਂ ਪੱਗ ਖਿਸਕਣ ਲੱਗ ਪੈਂਦੀ, 60 ਆਂਦੀ ਬੜੇਪਾ, ਤੇ 70 ਕਾ ਮਤਹੀਨ 80 ਕਾ ਵਿਹਾਰ ਨਾ ਪਾਵੇ। ਇੱਥੇ 60 ਸਾਲ ਦੇ ਬਾਬਾ ਅਮਰਦਾਸ ਜੀ, ਜਿਹਨੂੰ ਗੌਰਮੈਂਟ ਵੀ ਰਿਟਾਇਰ ਕਰ ਦਿੰਦੀ ਹੈ, ਭਾਈ ਤੂੰ ਕਿਸੇ ਕੰਮ ਦਾ ਨਹੀਂ, ਹੁਣ ਤੂੰ ਘਰ ਆਰਾਮ ਕਰ। ਪਰ ਇੱਥੇ ਗੁਰੂ ਅਮਰਦਾਸ 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਔਰ ਤੁਹਾਨੂੰ ਇਤਿਹਾਸ ਪਤਾ ਹੈ, ਮੈਂ ਜ਼ਿਆਦਾ ਟੂਕ ਮਾਤਾ, 12 ਸਾਲ 15-20 ਕਿਲੋ ਦੀ ਗਾਗਰ 5 ਮੀਲ ਬਿਆਸਾ ਤੋਂ ਲੈ ਕੇ ਪੁੱਠੇ ਪੈਰੀ ਵਾਪਸ ਆਣਾ। ਕਿੱਥੇ ਜਾਣਾ ਕਿ ਗੁਰੂ ਸਾਹਿਬ ਦੇ ਮੇਰੀ ਪਿੱਠ ਨਾ ਹੋ ਜਾਏ। 12 ਸਾਲ ਗਾਗਰ ਭਰੀ, 72 ਕਾ ਮਹਾਰਾਜ ਕਹਿੰਦੇ ਨੇ, ਕਈ ਕਹਿੰਦੇ ਨੇ 72 ਦਾ ਮਤਹੀਨ, ਬਈ ਇਹਦੀ ਤੇ ਮਤ ਹੀ ਕੋਣੀ। ਔਰ 72 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਗੁਰਤਾ ਗੱਦੀ ਸੰਭਾਲੀ। ਇੱਥੋਂ ਤੱਕ 22 ਸਾਲ ਗੁਰੂ ਸਾਹਿਬ ਨੇ ਗੁਰੂ ਬਣ ਕੇ ਸੇਵਾ ਨਿਭਾਈ। 22 ਸਾਲ ਕਿੰਨੀ ਹੋ ਗਈ? 94। ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ। ਉਮਰ ਕਰਕੇ ਬੰਦਾ ਬੁੱਢਾ ਨਹੀਂ ਹੁੰਦਾ, ਅਕਲ ਕਰਕੇ ਬੁੱਢਾ ਹੁੰਦਾ ਹੈ। ਕਈ ਬੱਚੇ ਇਤਨੀ ਵਧੀਆ ਗੱਲ ਕਰ ਦਿੰਦੇ ਨੇ ਬੁੱਢਿਆਂ ਵਾਲੀ, ਤੇ ਕਈ ਵਾਰੀ ਬੁੱਢੇ ਸਾਡੇ ਵਰਗੇ ਉਮਰ ਦੇ ਹੋਏ ਉਹ ਬਿਲਕੁਲ ਕਹਿੰਦੇ ਨਹੀਂ ਬੱਚਿਆਂ ਵਾਲੇ ਗੱਲ। ਇੱਥੇ 98 ਸਾਲ ਦੀ ਉਮਰ ਬਾਬਾ ਬੁੱਢਾ ਜੀ। ਤੇ ਜਦੋਂ ਦਰਬਾਰ ਸਾਹਿਬ ਪ੍ਰਕਾਸ਼ ਹੋਣਾ ਸੀ ਗ੍ਰੰਥ ਸਾਹਿਬ ਦਾ, ਤੇ ਉਸ ਵੇਲੇ ਜਿਹੜੇ ਪਹਿਲੇ ਹੈੱਡ ਗ੍ਰੰਥੀ ਥਾਪੇ
ਤੇ ਮਹਾਰਾਜ ਨੇ ਆਵਾਜ਼ ਮਾਰੀ, ਬਾਬਾ ਬੁੱਢਾ ਜੀ ਤੁਹਾਡਾ ਇਹ ਸੇਵਾ ਤੁਹਾਡੇ ਜਿੰਮੇ ਹੈ। ਬਾਬਾ ਬੁੱਢਾ ਜੀ ਦੇਖੋ ਕਿਤਨੇ ਪਿਆਰ ਵਿੱਚ ਕਹਿੰਦੇ ਨੇ ਇਹ ਸੇਵਾ ਮੈਂ ਨਹੀਂ ਕਰ ਸਕਦਾ, ਤੁਸੀਂ ਉਹਨਾਂ ਨੂੰ ਕਹੋ, ਮੈਂ ਤੇ ਬਜ਼ੁਰਗ ਹੋ ਗਿਆ, ਤੁਸੀਂ ਉਹਨਾਂ ਨੂੰ ਕਹੋ ਜਿਹੜੇ ਕਾਂਛੀਓਂ ਪੜ੍ਹ ਕੇ ਆਏ ਨੇ, ਇਤਨੇ ਤੁਹਾਡੇ ਨਾਮ ਜਪਣ ਵਾਲੇ, ਇਤਨੇ ਗਿਆਨਵਾਦ ਬੁੱਧੀਮਾਨ, ਉਹਨਾਂ ਨੂੰ ਇਹ ਸੇਵਾ ਦੇਵੋ। ਮੈਂ ਤੇ ਘੋੜਿਆਂ ਨੂੰ ਹੱਥੀਂ ਘਾਹ ਪੁੱਟ ਕੇ ਤੇ ਖੱਚਰਾਂ ਨੂੰ ਪਾਉਣ ਵਾਲਾ, ਹੱਥੀਂ ਕੰਮ ਕਰਨ ਵਾਲਾ, ਮੈਂ ਕਿੱਥੋਂ ਇਹ ਸੇਵਾ। ਮਹਾਰਾਜ ਕਹਿੰਦੇ ਨੇ ਇਹ ਸੇਵਾ ਬਾਬਾ ਬੁੱਢਾ ਜੀ ਤੁਹਾਡੀ ਹੈ। ਮੈਂ ਤੇ ਉਹੀ ਗ੍ਰੰਥੀ ਸਿੰਘ ਥਾਪਣੇ ਨੇ ਜਿਹੜੇ ਹੱਥੀਂ ਸੇਵਾ ਕਰਦੇ ਨੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰਸਿੱਖ ਤੇ ਉਹੀ ਹੁੰਦਾ ਹੈ ਜਿਹੜਾ ਕਾਲ ਕਮਾਈ ਕਰਕੇ ਦਸਾਂ ਨੂੰਹਾਂ ਦੀ ਕਮਾਈ ਕਰਦਾ ਹੈ। ਤਾਂ ਹੀ ਸਤਿਕਾਰ ਬਾਬਾ ਬੁੱਢਾ ਜੀ ਨੂੰ ਮਿਲਿਆ। ਤਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਦੋਂ ਦੁਨੀਆ ਦੇ ਲੋਕ 18 ਸਾਲ ਨੂੰ ਤਦ ਤੱਕ ਵੋਟ ਨਹੀਂ ਪਾ ਸਕਦਾ, 18 ਸਾਲ ਵਾਲੇ ਦਾ ਕਾਰ ਨਹੀਂ ਚਲਾ ਸਕਦਾ, ਲਾਇਸੈਂਸ ਨਹੀਂ ਬਣਦਾ, ਸ਼ਾਦੀ ਨਹੀਂ ਹੁੰਦੀ, ਕਿਤਨੇ ਕੰਮ ਨੇ ਜਿਹੜੇ ਮੈਚੁਰ ਹੋਏ ਬੰਦਾ ਤਾਂ। ਪਰ ਇੱਥੇ ਤੇ 5.25 ਸਾਲ ਗੁਰੂ ਸਾਹਿਬ ਨੇ ਇਤਨੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਕਿ ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰਦਾ ਸੀ, ਇੱਕ ਵਾਰੀ ਆਤਮਾ ਉਹਨਾਂ ਦੀ ਪ੍ਰਸੰਨ ਹੋ ਜਾਂਦੀ ਸੀ। ਜਦੋਂ ਮਹਾਰਾਜ ਬੈਠਦੇ ਸਨ ਨਾ, ਤੇ ਕਈਆਂ ਦੀ ਝੋਲੀ ਵਿੱਚ ਜਾ ਕੇ ਬਹਿ ਜਾਂਦੇ ਸਨ। ਜਦੋਂ ਦੀਵਾਨ ਸਜਦੇ ਸਨ ਨਾ, ਕਿਸੇ ਵੱਡਿਆਂ ਦੀ ਝੋਲੀ ਵਿੱਚ ਜਾ ਕੇ ਬਹਿ ਜਾਣਾ, ਔਰ ਰੂਪ ਹੀ ਵੱਖਰਾ ਸੀ। ਇਮੇਜਿਨ ਕਰੋ ਕਿ ਉਹ ਮਹਾਰਾਜ ਕਿੰਨੇ ਹੀ ਸੋਹਣੇ ਹੋਣਗੇ ਸਰੀਰ ਰੂਪ ਵਿੱਚ, ਹੈਗੇ ਤਾਂ ਹੁਣ ਵੀ ਨੇ। ਦੂਰੋਂ ਦੂਰੋਂ ਦਰਸ਼ਨ। ਸਤਸੰਗ ਆਵਾਜ਼ ਠੀਕ ਆ ਰਹੀ ਹੈ ਕਿ ਪ੍ਰੋਬਲਮ ਹੈ ਆਵਾਜ਼ ਵਿੱਚ? ਓਕੇ, ਇਹ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਦੇਖੋ ਸੰਗਤ ਨਾਲ ਇੱਕ ਮਨ ਵਿੱਚ ਇੱਛਾ ਹੁੰਦੀ ਹੈ ਮੈਂ ਦਰਸ਼ਨ ਕਰਾਂ ਗੁਰੂ ਦੇ। ਅੱਜ ਤੁਹਾਡੇ ਵੀ ਮਨਾਂ ਵਿੱਚ ਹੋਏਗੀ ਕਿ ਮੈਂ ਵੀ ਗੁਰੂ ਦੇ ਜਾ ਕੇ ਦਰਸ਼ਨ ਕਰਾਂ, ਕਿਉਂਕਿ ਗੁਰੂ ਕੇ ਦਰਸ਼ਨ ਤੇ ਭਾਗਾਂ ਵਾਲੇ ਨਾਲ ਮਿਲਦੇ ਨੇ। ਅੱਜ ਵੀ ਭਾਈ ਸਾਹਿਬ ਕਥਾ ਕਰ ਰਹੇ ਸੀ, ਇਹੀ ਗੱਲ ਕਰ ਰਹੇ ਸਨ। ਕਹਿੰਦੇ ਤੁਸੀਂ ਮੈਂ ਜਿੰਨੇ ਵੀ ਅਸੀਂ ਇੱਥੇ ਬੈਠੇ ਹਾਂ ਨਾ, ਇਹ ਕੋਈ ਪੂਰਬਲੇ ਜਨਮ ਹੀ ਨੇ ਜੋ ਗੁਰੂ ਸਾਨੂੰ ਇੱਥੇ ਬਿਠਾ ਕੇ ਤੁਹਾਨੂੰ ਦਰਸ਼ਨ ਕਰਾ ਰਿਹਾ ਹੈ। ਨਹੀਂ ਤੇ ਹਰ ਕੋਈ ਨਹੀਂ ਜਾ ਸਕਦਾ। ਇਹ ਜਿਹਦੇ ਉੱਤੇ ਗੁਰੂ ਤਰਸ ਕਰਦਾ ਹੈ, ਸੱਚ ਕਹਿ ਰਹੇ ਹਾਂ। ਜਥੇ ਆਉਂਦੇ ਸਨ ਦੂਰੋਂ ਬਾਹਰੋਂ ਚੱਲ ਕੇ। ਇੱਕ ਪਿਸ਼ਾਵਰ ਤੋਂ ਜਥਾ ਚੱਲਿਆ, 20-25 ਬੰਦੇ ਸਰੀਰ ਹੋਣੇ ਨੇ। ਸਮਾਂ ਲੱਗਦਾ ਸੀ, ਕੀਰਤਪੁਰ ਸਾਹਿਬ ਪਹੁੰਚਣਾ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਿ ਬਾਲ ਅਵਸਥਾ ਵਿੱਚ ਅਸੀਂ ਦਰਸ਼ਨ ਕਰੀਏ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਕਿੰਨੇ ਨਿਹਾਲ ਹੁੰਦੇ ਹਾਂ, ਤੇ ਜੇ ਪ੍ਰਤੱਖ ਗੁਰੂ ਸਾਹਿਬ ਦੇ ਦਰਸ਼ਨ ਹੋਣ ਤੇ ਉਹਦਾ ਨਜ਼ਾਰਾ ਹੀ ਕੁਝ ਹੋਰ ਹੈ। ਇਮੇਜਿਨ ਕਰੋ, ਮਹਾਰਾਜ ਦੇ ਦਰਸ਼ਨ ਵਾਸਤੇ ਚੱਲੇ ਤੇ ਰਾਹ ਦੇ ਵਿੱਚ ਨਾ ਮੇਰੇ ਵਰਗਾ ਇੱਕ ਚੋਰ ਬਿਰਤੀ ਵਾਲਾ ਵਿੱਚ ਬੈਠ ਗਿਆ, ਆ ਗਿਆ। ਚੋਰ ਦੀ ਇੱਕ ਮਨਸਾ ਹੁੰਦੀ ਹੈ ਕਿ ਜਿੱਥੇ ਥੋੜ੍ਹਾ ਜਿਹਾ ਰਸ਼ ਵੇਖੇ ਨਾ, ਉਹ ਅੰਦਰ ਐਂਟਰ ਹੋ ਜਾਂਦਾ ਤੇ ਆਪਣੀ ਜਿਹੜੀ ਉਹਦਾ ਕੰਮ ਹੈ ਉਹ ਕਰਨਾ ਚਾਹੁੰਦਾ ਹੈ। 20-25 ਬੰਦੇ ਸਨ, ਵਿੱਚ ਬੈਠ ਗਿਆ। ਚਲਦਾ ਰਿਹਾ, ਦਾ ਲੱਗਿਆ ਨਹੀਂ। ਕਿਸੇ ਦਾ ਪਰਸ ਮਾਰਨਾ ਸੀ, ਕਿਸੇ ਦਾ ਗਠੜੀ ਚੋਰੀ ਕਰਨੀ ਸੀ, ਨਹੀਂ ਲੱਗਿਆ। ਅਰਦਾਸ ਕਰੋ, ਮੇਰੀ ਵੀ ਆਪਣੀ ਵੀ, ਕਿ ਮਾੜਾ ਕੰਮ ਕਦੀ ਹੋਵੇ ਗੁਰੂ ਸਾਹਿਬ, ਕਦੀ ਮਾੜਾ ਫੁਰਨਾ ਵੀ ਆਏ ਤੇ ਗੁਰੂ ਸਾਹਿਬ ਤੁਸੀਂ ਬਖਸ਼ਿਸ਼ ਕਰਕੇ ਰੋ ਕੇ ਕਹੋ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਇਹ ਮਾੜਾ ਸਮਾਂ ਮੇਰਾ ਕੱਢ ਦਿਓ, ਮੇਰੇ ਵੱਸ ਨਹੀਂ ਹੈ। ਉਹਦੇ ਭਾਗ ਚੰਗੇ ਹੋਣੇ ਨੇ। ਦਾ ਨਹੀਂ ਲੱਗਿਆ, ਕਰਦੇ ਕਰਦੇ ਕੀਰਤਪੁਰ ਸਾਹਿਬ ਨਾਲ ਚਲਾ ਗਿਆ। ਵੇਖਿਆ ਉੱਥੇ ਹੋਰ ਸੰਗਤ ਹੈ, ਉਹਨੂੰ ਹੋਰ ਖੁਸ਼ੀ ਹੋ ਗਈ ਕਿ ਇੰਨੀ ਭੀੜ 'ਚ ਤੇ ਮੇਰਾ ਦਾ ਲੱਗ ਹੀ ਜਾਏਗਾ। ਚੋਰ ਸੀ। ਦੇਖੋ ਹਰ ਤਰ੍ਹਾਂ ਦਾ ਸਰੀਰ ਸੰਗਤ ਵਿੱਚ ਆਉਂਦਾ ਹੈ, ਪਰ ਜਦੋਂ ਰਸਤੇ 'ਚ ਕੀਰਤਨ ਹੋਇਆ, ਥੋੜ੍ਹਾ ਜਿਹਾ ਮਨ ਚੇਂਜ ਹੋਇਆ।
ਸੰਗਤ ਨਾਲ ਬੜਾ ਫਰਕ ਪੈਂਦਾ ਹੈ। ਤੁਸੀਂ ਨਿਤ ਸੰਗਤ ਕਰੋ, ਤੁਹਾਡੇ ਖਿਆਲਾਤ ਵੀ ਚੇਂਜ ਹੋਣਗੇ। ਬੁਰੀ ਵਾਸ਼ਨਾਵਾਂ ਘਟਦੀਆਂ ਨੇ। ਕਿਸੇ ਬਾਰੇ ਗਲਤ ਸੋਚਣਾ, ਠੱਗੀ ਮਾਰਨੀ, ਵੈਰ ਵਿਰੋਧ ਘੱਟ ਹੁੰਦੇ ਨੇ, ਖਤਮ ਵੀ ਹੁੰਦੇ ਨੇ। ਉਹਦੇ ਭਾਗ ਚੰਗੇ ਸਨ, ਅੰਦਰ ਐਂਟਰੀ ਕੀਤੀ, ਬੜੀ ਸੰਗਤ ਸੀ, ਖੁਸ਼ ਹੋ ਗਿਆ। ਦੇਖੋ ਹਰ ਕੋਈ ਮਨਸਾ ਲੈ ਕੇ ਆਉਂਦਾ ਹੈ ਆਪਣੀ ਆਪਣੀ। ਤੁਸੀਂ ਵੀ ਗੁਰੂ ਸਾਹਿਬ ਦੇ ਦੁਆਰੇ ਜਾਂਦੇ ਹੋ, ਪੁੱਤਰ ਚਾਹੀਦਾ, ਫਲਾਣਾ ਚਾਹੀਦਾ, ਘਰ ਚਾਹੀਦਾ, ਕਲੇਸ਼ ਖਤਮ ਹੋਣੇ ਚਾਹੀਦੇ ਨੇ, ਹਰ ਕੋਈ ਚਾਹੁੰਦਾ ਹੈ। ਮੈਂ ਵੀ ਚਾਹੁੰਦਾ, ਮਾਨ ਮੰਗੂ ਤਾਨ ਮੰਗੂ, ਧਨ ਲక్ష్ਮੀ ਸੁਤ ਦੇ। ਪਰ ਮਹਾਰਾਜ ਨੇ ਉੱਥੇ ਇੱਕ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਪਹਿਲੇ ਪੰਗਤ ਪਾਛੇ ਸੰਗਤ। ਇਹ ਮਹਾਰਾਜ ਦਾ ਸਿਧਾਂਤ ਹੈ। ਮੈਂ ਇਹਦੇ 'ਚੋਂ ਬੜੀ ਵੱਡੀ ਗੱਲ ਲੱਭਣਾ ਵਾਂ। ਮੈਂ ਖਾਲੀ ਸਾਖੀ ਸੁਣਾ ਕੇ ਅੱਗੇ ਨਹੀਂ ਜਾਣਾ ਚਾਹੁੰਦਾ, ਸਮਾਂ ਜ਼ਰੂਰ ਲੱਗ ਸਕਦਾ, ਲੇਕਿਨ ਮੈਂ ਚਾਹੁੰਦਾ ਗੁਰੂ ਦੇ ਸਿਧਾਂਤ ਨੂੰ ਅਸੀਂ ਡੀਪਲੀ ਲੈ ਕੇ ਚੱਲੀਏ। ਪਾਛੇ ਸੰਗਤ ਕਹੀਏ, ਪਹਿਲੇ ਪੰਗਤ ਕਹੀਏ। ਪੰਗਤ ਮੀਨਸ ਲੰਗਰ, ਬਈ ਲੰਗਰ ਛਕੋ ਆ ਕੇ। ਗੁਰੂ ਸਾਹਿਬ ਸਖਤ ਖਿਲਾਫ ਨੇ ਜਿਹੜੇ ਭੁੱਖੇ ਰਹਿ ਕੇ ਰੱਬ ਨੂੰ ਪਾਣਾ ਚਾਹੁੰਦੇ ਨੇ। ਵੱਡੀ ਗੱਲ ਦੇਖੋ, ਧਿਆਨ ਦੇਣਾ, ਇਹ ਕਿੱਥੇ ਇਤਿਹਾਸ ਨਹੀਂ ਬਣੇ ਲਿਖੇ ਹੋਏ ਕਿ ਇਸ ਤਰ੍ਹਾਂ ਤੁਹਾਨੂੰ। ਤਾਂ ਹੀ ਭਗਤਾਂ ਨੇ ਕਿਹਾ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਬਈ ਤੂੰ ਕਹਿੰਦਾ ਮੈਂ ਭੁੱਖੇ, ਤੇ ਜੇ ਭੁੱਖੇ ਮੈਂ ਭੁੱਖੇ ਰਹਿ ਕੇ ਤੇਰੀ ਭਗਤੀ ਨਹੀਂ ਮੈਂ ਕਰ ਸਕਦਾ, ਮੈਨੂੰ ਖਿਮਾ ਕਰ ਦੇਣਾ। ਇਹ ਮਾਲਾ ਲੈ ਲੈ ਆਪਣੀ, ਜਿਹੜੀ ਤੂੰ ਮਾਲਾ ਮਨ ਤੂੰ ਜਪਣ ਵਾਸਤੇ ਦਿੱਤੀ ਹੈ ਨਾ, ਪਹਿਲਾਂ ਤੂੰ ਮਾਲਾ ਚੁੱਕ ਲੈ ਆਪਣੀ। ਕਿਉਂਕਿ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਜੇ ਮੇਰਾ ਪੇਟ ਰੱਜਿਆ ਹੋਏਗਾ ਤਾਂ ਹੀ ਤੇ ਮੇਰਾ ਸਿਮਰਨ ਵਿੱਚ ਮਨ ਜੁੜੇਗਾ। ਪੰਗਤ ਵਿੱਚ ਕਿਉਂ ਬਿਠਾਇਆ ਜਾਂਦਾ ਪਹਿਲਾਂ ਕਿ ਪਹਿਲਾਂ ਪੇਟ ਪੂਜਾ ਕਰ ਲਓ, ਫਿਰ ਆਰਾਮ ਦੇ ਨਾਲ ਸੰਗਤ ਕਰੋ। ਮੈਨੂੰ ਖਿਮਾ ਕਰ ਦੇਣਾ, ਕੋਈ ਰੋਜੇ ਰੱਖਦਾ ਹੈ, ਕੋਈ ਵਰਤ ਰੱਖਦਾ ਹੈ, ਮੈਨੂੰ ਇੰਨਾ ਨਹੀਂ ਪਤਾ। ਪਰ ਗੁਰੂ ਸਾਹਿਬ ਕਹਿੰਦੇ ਨੇ ਧਿਆਨ ਪਰਮਾਤਮਾ ਵੱਲ ਧਿਆਨ ਦੇਣਾ। ਵਰਤ ਵਾਲੇ ਦਿਨ ਜਿਹੜਾ ਰੱਖਦਾ ਵੇ, ਮੁਬਾਰਕ ਹੀ ਉਹਨਾਂ ਦਾ ਧਰਮ ਹੈ। ਜੇ ਰੱਖਦਾ ਹੈ ਤੇ ਪਰਮਾਤਮਾ ਵੱਲ ਧਿਆਨ ਤੇ ਭੁੱਖ ਵੱਲ ਜ਼ਿਆਦਾ ਰਹਿੰਦਾ ਹੈ। ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਨਾ ਉਹ ਸੁਹਾਗਣਾ ਵਿੱਚ ਨਾ ਰੰਡੀਆਂ ਵਿੱਚ। ਸਿੱਧੇ ਮਹਾਰਾਜ ਨੇ ਅੱਖਰ ਨੇ, ਮੈਨੂੰ ਖਿਮਾ ਕਰ ਦੇਣਾ, ਕੋਈ ਗੁੱਸਾ ਨਾ ਕਰਨਾ। ਕੋਈ ਜੇ ਵਰਤ ਰੱਖਦਾ ਵੀ ਹੈ ਤੇ ਖਾਸ ਤੌਰ 'ਤੇ ਜੇ ਅੰਮ੍ਰਿਤਧਾਰੀ ਰੱਖਦਾ, ਮੈਂ ਉਹਨਾਂ ਵਾਸਤੇ ਤੇ ਖਾਸ ਤੌਰ 'ਤੇ ਮੈਂ ਕਹਾਂਗਾ। ਦੇਖੋ ਬਾਣੀ ਸਾਰੀ ਸਾਡੇ ਵਾਸਤੇ ਸਤਿਕਾਰਯੋਗ ਹੈ। ਇਹ ਨਹੀਂ ਕਿ ਮੈਂ ਆਪਣੇ ਮਤਲਬ ਦੇ 4 ਸ਼ਬਦ ਕਰ ਲਾਂ ਔਰ ਜਿਹੜੀ ਚੀਜ਼ ਮੈਂ ਕਰਨਾ ਉਹ ਮੈਂ ਬਾਣੀ ਤੋਂ ਨੈਗਲੈਕਟ ਕਰਾਂ, ਬਈ ਇਹ ਮੇਰੇ ਮਤਲਬ ਦੀ ਨਹੀਂ ਤੇ ਇਹ ਕਿਉਂ ਬੋਲ ਰਹੇ ਨੇ। ਗੁਰੂ ਸਾਹਿਬ ਨੇ ਪਹਿਲੇ ਕਿਹਾ ਭੁੱਖੇ ਰਹਿਣਾ ਹੀ ਨਹੀਂ, ਪਹਿਲਾਂ ਛਕੋ ਪੰਗਤ ਫਿਰ ਸੰਗਤ। ਉਹਨੇ ਜਦ ਪੰਗਤ ਕੀਤੀ ਤੇ ਇੱਕ ਆਇਆ ਪ੍ਰਸ਼ਾਦਾ ਦਿੱਤਾ, ਉਹਨੇ ਹੱਥ ਅੱਗੇ ਕੀਤਾ, ਉਸ ਚੋਰ ਨੇ, ਉਹਨੂੰ ਵੀ ਮਿਲਿਆ। ਉਹਨੇ ਕਿਹਾ ਬੋਲ ਸਤਨਾਮ ਸ੍ਰੀ ਵਾਹਿਗੁਰੂ। ਜਦ ਉਹਨੇ ਪ੍ਰਸ਼ਾਦਾ ਛਕਿਆ, ਕੁਝ ਪ੍ਰਸ਼ਾਦੇ ਦੇ ਅੰਦਰ ਵੀ ਅੰਮ੍ਰਿਤ ਹੈ, ਕੁਝ ਖਿਆਲ ਬਦਲਦੇ ਰਹੇ। ਉਹ ਸੰਗਤ ਸਾਰੀ ਗੁਰੂ ਸਾਹਿਬ ਦੇ ਦੀਵਾਨ ਦੇ ਹਾਲ ਵਿੱਚ ਚਲੇ ਗਈ, ਦਰਸ਼ਨ ਕਰ ਰਹੀ ਹੈ। ਇਹ ਕਹਿੰਦਾ ਮੈਂ ਵੀ ਹੁਣ ਉੱਥੇ ਚੱਲਾਂ, ਉੱਥੇ ਸੰਗਤ ਹੋਏਗੀ। ਉਹ ਜਾ ਕੇ ਨਾ ਪਿੱਛੇ ਬੈਠ ਗਿਆ। ਅੰਤਰਜਾਮੀ ਸਭ ਕੁਛ ਜਾਣੇ, ਉਸ ਤੇ ਕਹਾਂ ਛਪਾਵੇ। ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫੇ ਆਇਆ। ਜਦੋਂ ਸਰਾਫੇ ਦੇ ਸਾਹਮਣੇ ਆਉਂਦਾ ਹੈ ਨਾ ਉਹ ਢਬੂਆ, ਖੋਟਾ ਸਿੱਕਾ, ਤੇ ਗੁਰੂ ਦੀ ਰਹਿਮਤ ਵਾਲੀ, ਨਿਆਇਤ ਵਾਲੀ ਉਹ ਨਜ਼ਰ ਪੈ ਜਾਂਦੀ ਹੈ। ਤੇ ਗੁਰੂ ਸਾਹਿਬ ਨੇ ਚੰਦਨ ਦੀ ਚੌਂਕੀ ਤੇ ਬੈਠੇ ਨੇ, ਕਦੀ ਕਿਸੇ ਦੀ ਘੋਲੀ 'ਚ ਤੇ ਕਦੀ ਕਿਸੇ 'ਚ। ਤੇ ਹੁਣ ਚੰਦਨ ਦੀ ਚੌਂਕੀ ਤੇ ਬਹਿ ਕੇ ਕੀਰਤਨ ਦੀ ਸਮਾਪਤੀ ਹੋਈ ਨਾ ਦੀਵਾਨ ਦੀ, ਤੇ ਮਹਾਰਾਜ ਕੁਝ ਬਚਨ ਕਰਨ ਲੱਗੇ। ਕਿੰਨੀ ਉਮਰ ਸੀ? 5.25 ਸਾਲ, 5.5 ਸਾਲ ਹੋਣੀ ਹੈ, 6 ਲਾ ਲਓ। ਤੇ ਮਹਾਰਾਜ ਨੇ ਕਿਹਾ ਭਾਈ ਚੋਰ ਦੀ ਕੋਈ ਹਾਮਾ ਪਰਦਾ ਨਹੀਂ ਜੇ। ਚੋਰ ਤੇ ਇੱਥੇ ਵੀ ਧੱਕੇ ਖਾਂਦਾ ਹੈ, ਇੱਥੇ ਕੀ ਖਾਏਗਾ? ਉਹ ਤੇ
दरगाह विच भी उहदी ढोई नहीं है। वो हिल गया कि गुरु साहब ने शुरू ही मेरे तो गल की है। हैरान हो गया। हुण बैठे बैठे ना उहदी अंदर बिरती चल पई, लाइव हो गया जिस तरह गुरु साहब दे नाल सामने गुरु साहब ने। मैं कहना भागां वाले होंदे ने जिहड़े गुरु दे नाल लाइव हो जांदे ने, ते गुरु भी फिर उहदे नाल लाइव हो जांदा है। गुरु ते लाइव हो गए। गुरु ने बचन ही इस हिसाब नाल कीता कि चोर की हामा भरे ना कोय, चोर किया चंगा क्यों होए। सुन मन अंधे कुत्ते कुड़ियार, बिन बोले बुझिए सचियार। ते आवाज मारते ने कि आ जाओ मेरे कोल आ जाओ। हुण अगे शरीर सी ते उन्हें कहा भी मन्नू आवाज मार रहे ने, लाइव हो गया। अंदर मन ही च सोचदा है, उम्र छोटी है पर जे किथे गुरु साहब मेरा नाम लैके बुलान तो मैं समझ जावांगा कि ये परतख परमात्मा का रूप हैं। देखो ये हुण गलबात चल रही है। कभी असी भी संगत विच बैठ के या इत्थे संगत या वैसे गुरु साहब के द्वारे जाके कभी एवें लाइव होए हैं? मनु खिमा कर देना, असी तो लोगों के सूट ही वेखते रहने। उन्हें की लाया, उन्हें किहड़ी लिपस्टिक लाई है, उन्हें किहड़े कलर का सूट पाया है, उन्हें किहड़े कपड़े पाए ने, अज के वजह लग रहा है। असी आए गे नूं ही वेखते रहने। असी लाइव होना सी गुरु दे नाल। तां ही मैं अक्सर कहना गुरु घर च जाओ, भावें जेंट्स ने भावें लेडीज है, वो सादगी विच जाओ, अपना आप विखा के ना जाओ। क्योंकि असी अपना नहीं विखाना, गुरु का वेखन जाना है, गुरु की रहमत नूं वेखन जाना है, गुरु नाल लाइव होना है। असी मन दियां अपने शंके गुरु के अगे रखने ने, तो गुरु लाइव होके सानू वो शंके निवृत्त करेगा। ते जद नहीं सुनिया तो महाराज ने आवाज मारी, उसका नाम सी जसवंत राय। जसवंत राय, मैं तुहानू ही बुला रहा, तुसी आओ मेरे कोल। ओए होए, लाइव हो गया ना। हैरान हो गया। गुरु साहब हुण जिहड़े 20-25 कदम सन ना जिथे बैठा सी, ते गुरु जिहड़ी चंदन की चौंकी ते बैठे सन सिंघासन ते, क्या सीन होएगा। हुण वो 20-25 कदम उहदे वास्ते अंदर दे 84 कट्टी जा रही सी, जिहड़े 20 कदम चल रहा सी। जन्मां दे मैल उतर गई जिहड़ी चोर भावना दे नाल आया सी। पहुंचिया गुरु दे कोल, नतमस्तक होया, अखां दे विच अंजू, महाराज मैनू बख्श लो, मैं ही चोर हाँ। मैं इस भावना दे करके, मैं इस मनोरथ दे करके मैं इस संगत विच आया हाँ। महाराज कहंदे ने, कहंदे अज तो बाद मैं ये चोरपुना छड्डिया। अपने आप नूं असी भी एनालिसिस करिए, असी भी कुछ छड्डिया विकार। ते महाराज ने गल वकड़ी ले लिया, पूरा गुर अखियो जाका मंत्र, पूरा गुर अखियो जाका मंत्र। अखे होंदा नाश ना होने वाला। गुरु का मंत्र ऐसा है, अमृत दृष्ट पेखे हुए संत। अरे गुरु की दृष्टि है ना, जिहड़ी दृष्टि अमृत रूपी दृष्टि, वो वेख के एक पापी, जिस पापी को मिले ना टोई, शरण आवे ता निर्मल होई। वो लाइव हो जाए तो गुरु की नज़र रहमत वाली निगाह पै जाए, सच जाने वो एक चोर भी संत बन गया। ते वो इतनी रहमत गुरु साहब ने कीतियां। तो ये सी जसवंत राय का एक छोटा जिहा इतिहास, जिहड़े चोर नूं बदला दिता। समा सी औरंगजेब का, थोड़ी जी
ਆਪਣੀ ਬਿਰਤੀ ਨੂੰ ਉਸ ਸ਼ਾਸਨ ਕਾਲ ਵੱਲ ਲੈ ਜਾਈਏ। ਮੈਂ ਚਾਹੁੰਦਾ ਇੰਨੇ ਈਜ਼ੀ ਤਰੀਕੇ ਨਾਲ ਅਸੀਂ ਗੱਲਬਾਤ ਕਰੀਏ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਸਾਹਮਣੇ ਹੀ ਬੈਠੇ ਹੋਏ ਨੇ, ਤੇ ਉਹਦਾ ਕੰਮ ਕੀ ਸੀ? ਸਾਰੇ ਭਾਰਤ ਵਿੱਚ ਨਾ ਮੈਂ ਇਸਲਾਮ ਲਾਗੂ ਕਰ ਦੇਣਾ, ਤੇ ਉਹਨੂੰ ਪੰਜਾਬ ਆਖਦਾ ਸੀ। ਤੇ ਕੰਨ ਭਰਨ ਵਾਲੇ ਕਾਦੀ ਕਾਜੀ ਬਹੁਤ ਸਨ, ਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੂੰ, ਜੇ ਤੁਸੀਂ ਬੁਲਾ ਲਓ ਇੱਥੇ ਹਰਰਾਏ ਸਾਹਿਬ ਨੂੰ, ਹਰਰਾਏ ਸਾਹਿਬ ਦੀ ਗੱਲ ਹੋ ਰਹੀ ਹੈ, ਤੇ ਜੇ ਹਰਰਾਏ ਸਾਹਿਬ ਆ ਗਏ, ਤੁਸੀਂ ਉਹਨਾਂ ਨੂੰ ਮਨਾ ਲਿਆ ਜਬਰਨ, ਤੇ ਸਾਰਾ ਪੰਜਾਬ ਵੀ ਇਸਲਾਮ ਧਰਮ ਕਬੂਲ ਕਰ ਲਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਮਝ ਗਏ ਉਹਦੀ ਚਾਲ ਨੂੰ। ਨੈ ਮਲੇਛ ਕੋ ਦਰਸ਼ਨ ਦੇ ਹੈ, ਮਹਾਰਾਜ ਦੇ ਬਚਨ ਨਿਕਲਿਆ ਹਰਰਾਏ ਸਾਹਿਬ ਦੇ ਮੁਖ ਤੋਂ, ਇਸ ਮਲੇਛ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਹਾਲਾਂਕਿ ਹਰਕ੍ਰਿਸ਼ਨ ਪਾਤਸ਼ਾਹ ਨੇ ਵੀ ਇਹਦੇ ਉੱਤੇ ਖਰੇ ਉਤਰੇ, ਪਿਤਾ ਦੇ ਬਚਨਾਂ ਤੇ ਪਹਿਰਾ ਦਿੱਤਾ, ਪਰ ਸੰਗਤਾਂ ਨੇ ਜ਼ੋਰ ਪਾਇਆ, ਮਹਾਰਾਜ ਜੇ ਸੱਦਾ ਆਇਆ ਤੇ ਕੋਈ ਤੇ ਭੇਜੋ। ਫਿਰ ਉਸ ਵੇਲੇ ਵੱਡੇ ਪੁੱਤਰ 12-13 ਸਾਲ ਦੀ ਉਮਰ ਸੀ, ਰਾਮ ਰਾਏ ਜੀ ਨੂੰ ਭੇਜਿਆ ਦਿੱਲੀ ਵਿੱਚ ਕਿ ਜਾਓ ਪੁੱਤਰ, ਜਾ ਕੇ ਉਹਦੇ ਜਿਹੜੇ ਸ਼ੰਕੇ ਨੇ ਨਿਵਰਤ ਕਰੋ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਗੁਰੂ ਮਰਿਆਦਾ ਤੋਂ ਪਰੇ ਨਾ ਜਾਣਾ, ਗੁਰੂ ਦੇ ਸਿਧਾਂਤ ਤੋਂ ਉਲਟ ਨਹੀਂ ਜਾਣਾ। ਗੁਰੂ ਨਾਨਕ ਤੁਹਾਡੀ ਰਸਨਾ ਤੇ ਬੈਠੇਗਾ। ਕਿੰਨੀ ਵੱਡੀ ਗੱਲ ਹੈ। ਬੰਦਾ ਉਦੋਂ ਹੀ ਡਿੱਗਦਾ ਹੈ ਜਦੋਂ ਗੁਰੂ ਦੇ ਸਿਧਾਂਤਾਂ ਤੋਂ ਅਲੱਗ ਚੱਲਦਾ ਹੈ, ਪਤਾ ਹੁੰਦਿਆਂ ਵੀ। ਮਹਾਰਾਜ ਦਾ ਆਸ਼ੀਰਵਾਦ ਲੈ ਕੇ ਦਿੱਲੀ ਨੂੰ ਚੱਲ ਪਏ ਕੁਝ ਸ਼ਰੀਰਾਂ ਦੇ ਨਾਲ। ਔਰੰਗਜ਼ੇਬ ਦੇ ਇੱਥੇ ਪਹਿਲਾਂ ਆਏ, ਜਿਹੜਾ ਮਜਨੂ ਕਾ ਟਿੱਲਾ ਜਿੱਥੇ ਗੁਰਦੁਆਰਾ ਸਾਹਿਬ ਹੈ, ਉੱਥੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਵੀ ਚਰਨ ਪਏ ਨੇ। ਇਹ ਦੋ ਗੁਰੂ ਸਾਹਿਬਾਂ ਦੇ ਇੱਥੇ, ਅੱਗੋਂ ਹਰਗੋਬਿੰਦ ਪਾਤਸ਼ਾਹ ਦੇ ਵੀ ਪਏ ਨੇ। ਉੱਥੇ ਆ ਕੇ ਇਹਨੇ ਟਿਕਾਣਾ ਲਾਇਆ ਰਾਮ ਰਾਏ ਜੀ ਨੇ। ਜਦੋਂ ਟਿਕਾਣਾ ਲਾਇਆ ਤੇ ਜੋ ਜੋ ਸਵਾਲ ਕਰਦੇ ਰਹੇ ਉਹ ਕਰਾਮਾਤਾਂ ਦੇ ਰੂਪ ਵਿੱਚ ਦਿਖਾਉਂਦੇ ਰਹੇ। ਦੇਖੋ ਗੁਰੂ ਘਰ ਵਿੱਚ ਕਰਾਮਾਤਾਂ ਤੇ ਕੋਈ ਕਹਿੰਦੇ ਨਾ ਕਰਾਮਾਤ ਨਹੀਂ ਹੋਣੀ, ਗੁਰੂ ਸਾਹਿਬ ਦੀ ਕਰਾਮਾਤ ਤੇ ਹੈ ਹੀ ਨੇ। ਉਹਨਾਂ ਨੇ ਕਿਹਾ ਪਾਣੀ ਦੇ ਉੱਤੇ ਚੱਲੋ, ਜਮਨਾ ਸੀ ਤੇ ਰਾਮ ਰਾਏ ਜੀ ਪਾਣੀ ਦੇ ਉੱਤੇ ਹੀ ਚੱਲੇ ਗਏ। 72 ਕਰਾਮਾਤਾਂ, ਮੈਂ ਅੱਜ ਕਿਤਾਬ ਪੜ੍ਹ ਰਿਹਾ ਸੀ, ਪੂਰੀ 72 ਕਰਾਮਾਤਾਂ ਮੈਂ ਸੁਣੀਆਂ ਪੜ੍ਹੀਆਂ ਨੇ, ਪਰ ਮੈਂ ਜ਼ਿਕਰ ਨਹੀਂ ਕਰਾਂਗਾ, ਕਦੀ ਹੋਏਗਾ ਫਿਰ ਜਾ ਕੇ ਕਰਾਂਗੇ। ਅਲੱਗ-ਅਲੱਗ ਤਰ੍ਹਾਂ ਦੀਆਂ ਕਰਾਮਾਤਾਂ ਉਹਨਾਂ ਨੇ ਦਿਖਾਈਆਂ, 72 ਤਰ੍ਹਾਂ ਦੀਆਂ। ਮੈਂ ਇੱਕ ਕਿਤਾਬ ਵਿੱਚੋਂ ਸਾਰੀਆਂ 72 ਕਰਾਮਾਤਾਂ ਪੜ੍ਹੀਆਂ ਨੇ। 72 ਕਰਾਮਾਤਾਂ ਦਿਖਾਈਆਂ ਤੇ ਪ੍ਰਭਾਵਿਤ ਕਰ ਦਿੱਤਾ। ਬੜੀਆਂ ਜਾਗੀਰਾਂ ਮਿਲ ਗਈਆਂ, ਮਾਇਆ ਦਿੱਤੀ, ਵਾਹ ਵਾਹ ਹੋ ਗਈ। ਹੁਣ ਜਦੋਂ ਵਾਹ ਵਾਹ ਹੋਈ ਤੇ ਫਿਰ ਉਸ ਵੇਲੇ ਜਿਹੜੇ ਕਾਜੀ ਸੀ ਉਹ ਤਿਲ ਮਿਲਾ ਗਏ। ਉਹਨਾਂ ਨੇ ਕਿਹਾ ਜੀ ਇਹ ਤੁਹਾਨੂੰ ਪਤਾ ਹੈ, ਇਹਨਾਂ ਨੇ ਜਿਹੜਾ ਗ੍ਰੰਥ ਉਚਾਰਿਆ ਨਾ, ਉਸ ਗ੍ਰੰਥ ਵਿੱਚ ਇਸਲਾਮ ਦੀ ਤੋਹੀਨ ਕੀਤੀ ਹੈ। ਹੁਣ ਭੜਕਾ ਦਿੱਤਾ, ਕਿਉਂਕਿ ਕੋਲ ਕਾਜੀ ਕਾਦੀ ਜਿਹੜੇ ਬੈਠੇ ਸਨ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਰਾਮ ਰਾਏ ਨੂੰ ਇਤਨਾ ਕੁਛ ਮਿਲ ਗਿਆ ਤੇ ਰਾਮ ਰਾਏ ਇਤਨਾ ਪ੍ਰਭਾਵਿਤ ਹੋ ਗਿਆ। ਇਸ ਦਰਮਿਆਨ ਗੁਰੂ ਸਾਹਿਬ ਨੇ ਗੁਰਤਾ ਗੱਦੀ ਰਾਮ ਰਾਏ ਜੀ ਦੀ ਬਜਾਏ ਹਰਕ੍ਰਿਸ਼ਨ ਪਾਤਸ਼ਾਹ ਨੂੰ ਦਿੱਤੀ। ਹੁਣ ਜਦ ਇਹ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਆਉਂਦੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਰਾਮ ਰਾਏ ਜੀ ਇਹ ਦੱਸੋ, ਇਹ ਤੋਹੀਨ ਨਹੀਂ ਹੈ ਮਿੱਟੀ ਮੁਸਲਮਾਨ ਕੀ? ਹੁਣ ਉੱਥੇ ਉਹ ਟਪਲਾ ਖਾ ਗਏ, ਗੁਰੂ ਦੇ ਸਿਧਾਂਤ ਤੋਂ ਉਲਟ ਹੋ ਗਏ। ਦੇਖੋ ਕਰਾਮਾਤਾਂ ਤੇ ਕੋਈ ਐਸੀ ਗੱਲ ਨਹੀਂ, ਹੁਣ ਸਿਧਾਂਤ ਤੋਂ ਉਲਟ ਹੋ ਗਏ, ਪ੍ਰਭਾਵਿਤ ਹੋਏ ਪਏ ਸਨ। ਉਹਨਾਂ ਨੇ ਕਿਹਾ ਜੇ ਮੈਂ ਇਹੀ ਕਿਹਾ ਤੇ
औरंगजेब नाराज़ हो जाएगा, तो जिदे करके मनु ये जगीरां मेरे कोल ये सारे ओहदे ना ले ले। वो कहते जी लिखारी को गलती हुई है, लिखण च गलती हो गई है, मिट्टी बेईमान की सी। दरअसल ये शब्द ये दसदा है कि ਜਿਹੜੇ मुसलमान लोग ने जदों इस्लाम धर्म दे कोई मर जाता है वो दफनाते हैं। वो कहते हैं साड़ना नहीं है, जे तुसी साड़ोगे तो दोजख विच भी सड़ेगा। गुरु महाराज ने उन्होंने भुलेखा कढ़िया। उन्होंने कहा भावें तुसी साड़ो तो भावें डबोवो पानी विच ते भावें दबो, ओदा मरण तो बाद उस दोजख दे नाल कोई तलक नहीं है। फिर ध्यान देना, मिट्टी मुसलमान की पेड़े पई कुम्हार। कहते हैं गल तो उही हुई है, तुसी भी साड़दे ही हो। महाराज कहते हैं जदों कोई मुसलमान मरदा है उन्होंने दफनाते हो, बहुत समय बाद जदों कुम्हार नूं मिट्टी की लोड़ पैंदी है, पट्टन जाता तो वह चिकनी मिट्टी लैंदा है, तो कोई कबर ही होनी उहदे विचों, वो मिट्टी लैके पेड़े पई कुम्हार कुम्हार दे वस पै जाती है। तो वह की करदा है, वो फिर उस मिट्टी नूं तपांदा है, तां तो भट्ठी तैयार होएगी, बर्तन बनणगे, सब चीज़ां बनणगियां। कुम्हार भांडे बनांदा है, जल जल रोवे बपड़ी, फिर वही मिट्टी जलदी भी है, झड़ झड़ होए पवे अंगियार, फिर वो अंगियार करके मिट्टी फिर पुकार करती है, वही जल्दी मिट्टी। मारे कहते हैं मिट्टी तो भी जल रही है, तो असी ਜਿਹੜੇ ਸਾੜਨੇ ਆ ਜਦੋਂ ਅਸੀਂ ਵੀ ਸੜਨਾ ही है। भाव कि ये तो मिट्टी हो गया शरीर। कबीर धूर सकेल की के पुड़िया बंदी दे दिवस चार को पेखना अंत खे की खे। ये तो मिट्टी है। मार कहते संभालना है, जिवें मर्जी संभाल लो, भावें रोड़ दो दफना दो, क्योंकि जेड़ी अंदरों आत्मा में वो तो निकल गई। हिसाब तो वह होना है सूक्ष्म शरीर का। ये तो मिट्टी है, मिट्टी नूं भावें तुसीं जिवें मर्जी कर दो। मैनूं याद है साढ़े फादर एक्सपायर होए तो असी जाके इत्थे नाल ही शमशान घाट है, उत्थे मतलब कि जो भी अगन भेंट किया। तो 2 दिन बाद जदों असी चौथे ते गए, अंगीठा संभालना सी। असी गुरमति च अंगीठा संभाली दा, कोई वखरियां वखरियां नहीं, कट्ठा ही संभालिया अंगीठा। तो कोल साढ़े बहुत प्यार वाले मेरे मामा जी जितों असी मैं सेध लईए हुंदे ही ने, वेख्या नाल ही जमुना दे विच पानी बड़ी तेज है। वो कहते काका इधर जाना कित्थे वे, मैनू ढिला के जाना, चल बेड़ी लई तो नाल ही असी 5 मिनटां विच। उन्होंने फिर मैनूं गल दसी, कहते जे कित्थे पानी नहीं है, तुहाडे कोल खर्चा नहीं है जाण दा, तुसी कोई भी टोया पट के भी वो अंगीठे नूं उहदे विच पा सकदे हो, वहम नहीं करना, संभाल करनी है, बस मिट्टी है। माटी को पुत्रा कैसे नचत है, देखे देखे सुने बोले दौड़ियो फिरत है। यह तो सिर्फ माटी दे कबीर माटी के पुत्रे मानस राख्यो नाओ। 4 दिवस के पौने बड़ बड़ रूंडे थाओ, 4 दिन के प्रोहणे हैगे आ, तो वड्डियां वड्डियां जगह घेर के असी बैठे हाँ कि यह मेरी जगह है, मेरी जगह है। महाराज कहते ने है कि मिट्टी ते तू है, जो मिट्टी मिट्टी च मिलनी है। तो ये समझा रहे सी मिट्टी मुसलमान की पेड़े भई कुम्हार, घड़ भांडे इट्टा कियां जल्दी करे पुकार। उन्हें इट्टा बनानिया ने, उहियो मिट्टी फिर जलनी है। पर वह टपला खा गया। तो जब गुरु साहब नूं सिन्हा पहुंचिया उत्थे, तो महाराज ने फिर ये नहीं वेख्या मेरा लाडला पुत्तर है। देखो गुरु साहब नूं लत्त पई, जदों अमरदास जी नूं दातू जी ने लत्त मारी, तद भी महाराज ने बुरा भला नहीं किया, हालांकि उन्होंने घर दे पुत्तर सन। गुरु अंगद देव जी नूं श्री चंद वगैरह ने बड़ा बुरा भला किया, महाराज ने कोई मुखों नहीं बोले। गुरु अर्जन देव महाराज नूं पृथ्वी चंद ने बड़ा बुरा भला किया, ईवन पिता रामदास जी नूं भी किया, पर उन्होंने कुछ नहीं किया। पर अज जदों सिद्धांत की गल आई, जदों बाणी पलटन की गल आई, उस वेले क्या पुत्रा जिधर तेरा मुँह है ही ना, उस मुँह वाल चला जा, उसी दिशा वाल चला जा। देखो सिद्धांत जेड़ा अज कोई बाणी दे नाल छेड़खानी करेगा, क्योंकि सतगुर की बाणी सत सत कर जानो गुर सिखो, हर करता आप मुँह कढ़ाए। ये तो सतगुरु की बाणी है, सच सच करके जानो।
ਇੱਥੇ ਇੱਕ ਇੱਕ ਅੱਖਰ ਨੂੰ ਅਸੀਂ ਗੁਟਕੇ ਵੱਖਰੇ ਬਣਾ ਲਏ, ਵਿੱਚ ਆਪਣੀਆਂ ਪੰਕਤੀਆਂ ਜੋੜ ਲਈਆਂ। ਨਹੀਂ ਸਾਧ ਸੰਗਤ, ਦੇਖੋ ਪਿਤਾ ਨੇ ਮੂੰਹ ਨਹੀਂ ਲਾਇਆ ਸਾਰੀ ਉਮਰ, ਉਹ ਦੇਹਰਾਦੂਨ ਵੱਲ ਮੂੰਹ ਸੀ, ਉਧਰ ਹੀ ਚਲਾ ਗਿਆ ਤੇ ਭੜਕਾ ਕੇ ਗਿਆ ਕਿ ਰਾਮਦਾਸ ਵਾਹਿਗੁਰੂ ਔਰੰਗਜ਼ੇਬ ਨੂੰ ਭੜਕਾ ਕੇ ਗਿਆ, ਮੇਰੀ ਗੱਦੀ ਦੇ ਮਾਲਕ ਮੈਂ ਬਣਨਾ ਸੀ, ਪਰ ਇਹਨਾਂ ਨੇ ਉਹਨੂੰ ਹਰਕ੍ਰਿਸ਼ਨ ਮੇਰੇ ਛੋਟੇ ਭਰਾ ਨੂੰ ਬਣਾ ਦਿੱਤਾ ਹੈ। ਉਸ ਵੇਲੇ ਫਿਰ ਮਹਾਰਾਜ ਨੂੰ ਸੱਦਿਆ ਗਿਆ ਕਿ ਤੁਹਾਨੂੰ ਯਾਦ ਕਰ ਰਹੇ ਨੇ ਔਰੰਗਜ਼ੇਬ। ਮਹਾਰਾਜ ਨੇ ਉਹੀ ਕਿਹਾ, ਮੈਂ ਪਿਤਾ ਦੇ ਸਿਧਾਂਤ ਤੋਂ ਨਹੀਂ ਹਟਣਾ, ਨੈ ਮਲੇਸ਼ ਕੋ ਦਰਸ਼ਨ ਦੇ ਹੈ, ਮੈਂ ਨਹੀਂ ਦੇਣਾ ਦਰਸ਼ਨ। ਪਰ ਉਹਨੇ ਇੱਕ ਚਾਲ ਖੇਡੀ, ਉਹ ਰਾਜਾ ਜੈ ਸਿੰਘ ਨਾਲ ਮਿਲ ਕੇ ਉਹਦੇ ਨਾਲ ਦੋਸਤੀ ਕਰਕੇ ਉਹਨੇ ਕਿਹਾ, ਜੀ ਔਰੰਗਜ਼ੇਬ ਕਹਿੰਦਾ ਮੇਰੇ ਕਹਿਣ ਤੇ ਆਣਗੇ ਨਹੀਂ, ਤੇ ਤੁਸੀਂ ਆਪਣੇ ਬੰਗਲੇ 'ਚ ਬੁਲਾਓ ਤੇ ਜ਼ਰੂਰ ਆਣਗੇ। ਤੇ ਫਿਰ ਸੰਗਤਾਂ ਦੀ ਕਿੱਥੇ ਵੀ ਕਦੀ ਚਿੱਠੀ ਪਹੁੰਚਦੀ ਹੈ ਤੇ ਗੁਰੂ ਆਂਦਾ ਹੀ ਹੈ ਨਾ। ਮਹਾਰਾਜ ਦੀ ਗੱਲ ਸੁਣੀ ਤੇ ਮਹਾਰਾਜ ਨੇ ਕਿਹਾ ਤਾਂ ਅਸੀਂ ਆਵਾਂਗੇ ਜ਼ਰੂਰ, ਤੇਰੇ ਬੰਗਲੇ ਵਿੱਚ ਵੀ ਆਵਾਂਗੇ, ਪਰ ਇੱਕ ਗੱਲ ਯਾਦ ਰੱਖਣਾ, ਅਸੀਂ ਉਸ ਔਰੰਗੇ ਨੂੰ ਅਸੀਂ ਮੂੰਹ ਨਹੀਂ ਲਾਉਣਾ, ਅਸੀਂ ਦਰਸ਼ਨ ਨਹੀਂ ਦੇਣੇ ਉਸ ਨੂੰ। ਤੇ ਸਾਧ ਸੰਗਤ ਉਸ ਵੇਲੇ ਮਹਾਰਾਜ ਪਰਿਵਾਰ ਸਮੇਤ 2200 ਘੋੜਸਵਾਰ ਵੀ ਸਨ, ਸੰਗਤਾਂ ਵੀ ਸਨ, ਚੱਲੀਆਂ ਕੀਰਤਪੁਰ ਸਾਹਿਬ ਤੋਂ ਦਿੱਲੀ ਦੇ ਚਾਲੇ ਪਾਉਣ ਵਾਸਤੇ। ਰਸਤੇ ਵਿੱਚ ਆਇਆ ਨਾ ਅੰਬਾਲੇ ਦੇ ਕੋਲ ਪੰਜੋਖੜਾ, ਉੱਥੇ ਜਿਹੜਾ ਵਾਕਿਆ ਬੀਤਿਆ, ਉੱਥੋਂ ਫਿਰ ਸੰਗਤਾਂ ਨੂੰ ਵਾਪਸ ਭੇਜ ਦਿੱਤਾ ਤੇ ਕੁਝ ਸਿੱਖਾਂ ਦੇ ਨਾਲ ਪਰਿਵਾਰ ਨੂੰ ਹੀ ਛੱਡ ਕੇ ਤੇ ਮਹਾਰਾਜ ਦਿੱਲੀ ਆਏ। ਪਰ ਜਿਸ ਸਥਾਨ ਤੇ ਪੰਜੋਖੜਾ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਇਆ ਕਰੋ, ਜੇ ਕਿਸੇ ਨੇ ਨਹੀਂ ਕੀਤੇ, ਉਹ ਬੜੀ ਭਾਗਾਂ ਵਾਲੀ ਧਰਤੀ ਹੈ। ਸੱਚ ਕਹਿ ਰਿਹਾ, ਜਦੋਂ ਉੱਥੇ ਮਹਾਰਾਜ ਪਹੁੰਚੇ ਬੜੀ ਭੀੜ ਲੱਗ ਗਈ ਸੰਗਤਾਂ ਦੀ, ਠਹਿਰਾਵ ਸੀ ਉੱਥੇ। ਸੰਗਤਾਂ ਦਰਸ਼ਨ ਕਰਨ ਆਈਆਂ ਕਿ ਛੋਟੀ ਉਮਰ ਦੇ ਬਾਲਕ ਗੁਰੂ ਕਿਵੇਂ ਨੇ, ਹਰ ਇੱਕ ਦਾ ਮਨ ਵਿੱਚ ਸੀ। ਦਰਸ਼ਨ ਕਰਕੇ ਨਿਹਾਲ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਭੀੜ ਵੇਖ ਕੇ ਇੱਕ ਬੜਾ ਵਿਦਵਾਨ ਪੰਡਤ ਬ੍ਰਾਹਮਣ ਸੀ, ਉਹਨੇ ਜਦ ਮਹਿਮਾ ਸੁਣੀ ਤੇ ਉਹ ਹੈਰਾਨ ਹੋ ਗਿਆ ਕਿ ਇਹ ਸਾਡੇ ਇੱਥੇ ਇਹ ਕੌਣ ਆ ਗਿਆ ਕਿ ਸਾਰੀਆਂ ਸੰਗਤਾਂ ਉਹਦੇ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰ ਰਹੀਆਂ ਨੇ। ਤੇ ਸਾਧ ਸੰਗਤ ਜਦ ਉਹ ਪੰਡਤ ਜੀ ਉੱਥੇ ਪਹੁੰਚੇ ਤੇ ਵਿਚਾਰ ਵਟਾਂਦਰੇ ਹੋਏ ਆਪਸ ਵਿੱਚ, ਪੁੱਛਿਆ ਨਾਮ ਕੀ ਹੈ? ਤੁਸੀਂ ਜਾਣਦੇ ਉਸ ਵੇਲੇ ਮਹਾਰਾਜ ਨੇ ਕਿਹਾ ਹਰੀ ਕ੍ਰਿਸ਼ਨ। ਥੋੜਾ ਜਿਹਾ ਅੰਦਰੋਂ ਨਾ ਮੁਸਕਰਾ ਪਿਆ। ਮੁਸਕਰਾਇਆ ਇਸ ਕਰਕੇ ਕਿ ਕ੍ਰਿਸ਼ਨ ਤੇ ਦੁਆਪਰ ਦੇ ਹੋਏ ਨੇ, ਪਰ ਇਹਨਾਂ ਨੇ ਆਪਣਾ ਨਾਮ ਹਰੀ ਕ੍ਰਿਸ਼ਨ ਰੱਖ ਲਿਆ। ਪੰਡਤ ਲਾਲ ਚੰਦ ਸਨਕਾ ਸੀ, ਗੁਰੂ ਤੇ ਉਹੀ ਹੋਈ ਹੈ ਜਿਹੜਾ ਭਰਮ ਨੂੰ ਤੋੜ ਦੇ। ਦੇਖੋ, ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ, ਗੁਰੂ ਦੀ ਵਡਿਆਈ ਹੋ ਸਕਦੀ ਹੈ। ਅਸੀਂ ਹੁਣ ਦਿੱਲੀ ਰਹਿੰਦੇ ਹਾਂ ਨਾ, ਧਿਆਨ ਦੇਣਾ ਇਸ ਗੱਲ ਤੇ। ਜ਼ਿਆਦਾਤਰ ਦਿੱਲੀ ਰਹਿੰਦੇ ਹੋ ਬੰਦੇ। ਇੱਕ ਸੀਮਾ 50 ਕਿਲੋਮੀਟਰ 55 ਕਿਲੋਮੀਟਰ, ਇਹਦੇ ਵਿੱਚ ਕਿਤਨੇ ਹਸਪੀਟਲ ਨੇ, कितने स्कूल ने, कितने एयरपोर्ट ने, कितने ऑफिस ने, सब रिकॉर्ड होएगा क्योंकि सीमा विच है। इस तरह इंडिया विच भी सारे किन्ने कॉलेज ने, किन्ने स्कूल ने, किन्ने हॉस्पिटल ने, किन्ने डॉक्टर ने, किन्नी बिल्डिंगां ने, सब हिसाब होएगा। ईवन वर्ल्ड का भी हिसाब होएगा क्योंकि वो सीमा खत्म हो गई है। धरती केड़ियां नदियां ने,
ब्यासा है, सतलुज है, गंगा है, जमुना है, गोदावरी है, रावी है, ये वक्रियां वक्रियां सब ਉਹਦੀ पता है। पर जदों वो नदियां जाके समुंदर विच मिल जांदियां ने फिर ਉਹਦੀ कोई सीमा नहीं, फिर ਉਹਨੂੰ कोई नहीं कहता रावी है, ये सतलुज है, ये ब्यासा है, फिर वो समुंदर का रूप धार लैंदी है। ते गुरु भी विचार कर सकन, वडियाई कर सकने आ, गुरु ते विचार नहीं कर सकते। सच जानियो गुरु ते असीम है, उसकी सीमा ही नहीं है कोई। गुरु ते मैं एक गल कहां, कोई जन्मांतरू गूंगा होवे ना, ध्यान देना, उन्होंने डॉक्टर, कोई दुनिया का डॉक्टर बुला नहीं सकता। ते गुरु चाहे तो एक जन्मांतरू गूंगे नूं भी बुला सकता है, क्योंकि गुरु की वडियाई हो सकती है, गुरु की विचार नहीं हो सकती। असीं सिर्फ वडियाई कर सकते हैं, गुरु का अंत नहीं पा सकते। बाबा दीप सिंह जी वर्गे कदी दुनिया विच मिसाल सुनी होएगी कदी कि सीस धर तो अलग हो गया होवे ते हाथ च लड़ के लड़दा होवे, एक करामात नहीं तो की है? कहते हैं गुरु घर ही करामात नहीं, करामात ही तो है। गुरु की वडियाई कर सकने आ, जितनी वडियाई करना है कर सिखा तू, पर गुरु दी विचार नहीं कर सकते। जे विचार कर ली तो सीमा विच आ गया। गुरु सीमा तो परे है। एक बंदा बोल नहीं सकता ते गुरु चाहे डॉक्टर जवाब दे देन, गुरु भी उन्होंने भी ठीक कर देता है। कदी पिंगला बंदा भी पहाड़ ते चढ़ सकता है, डॉक्टर कहेंगे कदी नहीं। पर जे गुरु दे बेड़े विच आ गया, गुरु दे दायरे विच आ गया, अरे तू पिंगले की गल कर रहे हैं, तेरे श्वास ना भी होन, गुरु बिना श्वासों तो भी चला देगा। प्रभ भावे बिन सांस ते राखे, जिसका श्वास न काढ़त आप ताको राखत देकर हाथ। जे परमात्मा चाहे किसी दे श्वास नहीं निकलने तो किसी दी ताकत नहीं उहदे श्वास काढ़ देन। प्यार नाल आखो सतनाम श्री वाहिगुरू। गुरु ते विचार नहीं हो सकती, गुरु की खाली वडियाई कर सकने आ, जितनी वडियाई करो घट है। ते कहने लगा अच्छा हरि कृष्ण, महाराज कहते ने फिर जे तुसी हरि कृष्ण हो तो कृष्ण महाराज ने द्वापरी गीता उचारी सी, ते तुसी गीता दे अर्थ ही कर दो। फिर महाराज मन में सोचते हैं जे मैं कर दिते गीता दे अर्थ, कहणगे भी वड्डे वडेरियां कोलों सुनिया होएगा, बच्चा रटन करके सुना देगा। महाराज कहते ने फिर शंका तेरी पूरी तरह सी कढ़ने, तू वो बंदा लैके आ जिहड़ा मुख तो जन्मांदरू बोला होए, गूंगा होवे, उन्होंने लिया जाके असी उहदे कोलों अर्थ करवा देने। गुरु चाहे तो साध संगत की नहीं हो सकता। रोज पढ़ीदा है साचे साहिबा क्या ना ही करते रहे। मैं कहना जेड़ा सिख हो के किसे कबर ते मत्था टेक रहा होवे लानत है, किसे पिपल नूं पूज रहा होवे लानत है सिख वास्ते, किसे डेधारी नूं पूज रहा होवे लानत है, किसे नग ते विश्वास कर रहा होवे, किसे वर्त ते विश्वास कर रहा होवे। मैं दूजे धर्म की गल नहीं, मैं अपने सिख धर्म की गल, क्योंकि यदी करनी मनु महाराज वालों हुक्म है। ते उस वेले उन्हें सियाणत दिखाई एक छज्जू चीवर नीवी जाति का। देखो ध्यान देना, खाली कथा नूं पढ़ के अगे ना चलीए, क्योंकि इन्हां ब्राह्मण लोगों ने की कीता सी, तू नीवी जाति दा, इन्हां नूं पढ़ाई वाला विशा दिंदे ही नहीं सी, क्योंकि ये पढ़नगे तो साडे मुकाबले खड़े हो जाणगे। पर गुरु साहब दा धन्नवाद करो, असी नीवी जातियां दे ही सी, पर गुरु ने ही साडे ते मेहर कीती है, सानू ये पातशाहियां दित्तियां ने, दस्तार, एक ये सोहणे रूप, ये ठाठ बाठ गुरु ने दित्ती है। असी भी शुद्ध सी,
ਅਸੀਂ ਕਿਸੇ ਦਾ ਪਾਣੀ ਨਹੀਂ ਭਰ ਸਕਦੇ ਸੀ, ਕਿਸੇ ਦੇ ਵੱਡਿਆਂ ਦੇ ਕੋਲ ਜਾ ਕੇ ਬਹਿ ਨਹੀਂ ਸਕਦੇ ਸਨ, ਕਿਸੇ ਵੱਡੇ ਮੰਦਿਰ ਵਿੱਚ ਨਹੀਂ ਜਾ ਸਕਦੇ ਸਨ, ਕਿਸੇ ਉਹਨਾਂ ਦੇ ਖੂਹ 'ਚੋਂ ਪਾਣੀ ਨਹੀਂ ਭਰ ਸਕਦੇ ਸਨ। ਸਾਨੂੰ ਨੀਵਾਂ ਕਹਿ ਕੇ ਸਾਨੂੰ ਸਕੂਲਾਂ ਵਿੱਚ ਪੜ੍ਹਨ ਦੀ ਜਾਂਚ ਅੰਦਰ ਨਹੀਂ ਜਾ ਸਕਦੇ ਸਨ। ਪਰ ਗੁਰੂ ਸਾਹਿਬ ਨੇ ਸਾਡੇ ਇਹ ਵਿਤਕਰੇ ਦੂਰ ਕੀਤੇ। ਇਨ ਸਿੱਖਨ ਕੋ ਦੇਈ ਪਾਤਸ਼ਾਹੀ ਵਾਲੀ ਗੱਲ, ਇਨ ਗਰੀਬ ਸਿੱਖਨ ਕੋ ਮਹਾਰਾਜ ਨੇ ਦੇਖੋ ਕਿੱਥੋਂ ਕਿੱਥੋਂ ਆਏ, ਭਾਈ ਦਇਆ ਰਾਮ ਜੀ, ਹਿੰਮਤ ਰਾਏ ਜੀ ਸਾਹਿਬ, ਕਿੱਥੋਂ ਕਿੱਥੋਂ ਆਏ, ਸਭ ਨੀਵੀਆਂ ਜਾਤੀਆਂ ਦੇ ਸੀ, ਜਿਨ੍ਹਾਂ ਨੂੰ ਸੰਸਾਰ ਵਾਲੇ ਮੂੰਹ ਨਹੀਂ ਲਾਉਂਦੇ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ 'ਚ ਲਾ ਲਿਆ। ਕਿੰਨੀ ਵੱਡੀ ਗੱਲ ਹੈ, ਕੋਈ ਮੂੰਹ ਨਹੀਂ ਲਾ ਰਿਹਾ, ਗੁਰੂ ਸਾਹਿਬ ਗੱਲ ਨਾਲ ਲਾ ਰਹੇ ਨੇ। ਤੇ ਅੱਜ ਅਸੀਂ ਗੁਰੂ ਦੇ ਗੱਲ ਨੂੰ ਛੋੜ ਕੇ ਕਿਤੇ ਹੋਰ ਟੱਕਰਾਂ ਮਾਰੀਏ ਤੇ ਸਾਡੇ ਵਰਗਾ ਮੈਂ ਸਮਝਾਂਗਾ ਮੂਰਖ ਕੋਈ ਨਹੀਂ ਹੈ। ਅਸੀਂ ਤੇ ਮੈਂ ਉਸ ਦਿਨ ਵੀ ਕਿਹਾ, ਹਮ ਤਨਮਨ ਪਾਗਟ ਸੱਚ ਨਾਏ, ਅਸੀਂ ਤੇ ਜਨਮਾਂਤਰੂ ਹੀ ਸ਼ਾਹ ਭਗਵੰਤਾਂ, ਅਸੀਂ ਪਤਵੰਤੇ ਹਾਂ। ਤੇ ਉਹਨੇ ਸਿਆਣਪ ਕੀਤੀ, ਛੱਜੂ ਚੀਵਰ, ਲੋਕਾਂ ਦਾ ਪਾਣੀ ਢੋਣ ਵਾਲਾ, ਮੁੱਖੋਂ ਗੂੰਗਾ, ਬੋਲ ਨਹੀਂ ਸਕਦਾ ਔਰ ਸੁਣ ਨਹੀਂ ਸਕਦਾ, ਜਨਮਾਂਦਰੂ, ਬਚਪਨ ਤੋਂ ਪਾਣੀ ਢੋਣ ਵਾਲਾ ਲੈ ਕੇ ਆਏ। ਮਹਾਰਾਜ ਨੇ ਇਸ਼ਨਾਨ ਕਿਆ ਕਰੋ, ਇਸ਼ਨਾਨ ਕਰਵਾਇਆ। ਪਿਆਰ ਵਾਲੀ ਫੁੱਲਾਂ ਵਾਲੀ ਛੜੀ ਹੁੰਦੀ ਸੀ, ਮਹਾਰਾਜ ਨੇ ਉਹਦੇ ਸੀਸ ਤੇ ਰੱਖ ਦਿੱਤੀ। ਅਰਦਾਸ ਕਰੋ ਉਹ ਛੜੀ ਸਾਡੇ ਤੇ ਵੀ ਰੱਖੀ ਜਾਏ। ਕਪਾਟ ਖੁੱਲ ਗਏ 3 ਭਵਨਾਂ ਦੇ। ਪੰਡਤ ਜੀ ਦੱਸੋ ਕਿਹੜੀ ਗੀਤਾ ਦੀ ਗੱਲ ਕਰ ਰਹੇ ਹੋ? ਪੰਡਤ ਜੀ ਹੈਰਾਨ ਹੋ ਗਏ, ਕਿਉਂਕਿ ਗੀਤਾ ਵੀ 2 ਤਰ੍ਹਾਂ ਦੀਆਂ ਨੇ। ਉਹ ਕਹਿੰਦੇ ਜਿਹੜੀ ਦੁਆਪਰ ਵਿੱਚ ਗੀਤਾ ਉਚਾਰੀ ਸੀ। ਦੱਸੋ ਕੀ ਕਹਿੰਦੇ ਹੋ ਪੰਡਤ ਜੀ? ਜਿਹੜਾ ਬੋਲ ਨਹੀਂ ਸਕਦਾ, ਅੱਧਾ ਤੇ 50% ਤੇ ਉਹਦਾ ਗੁਮਾਨ ਸੀ ਨਾ ਜਿਹੜਾ ਪੰਡਤ ਦਾ, ਉਹ ਉਤਰ ਗਿਆ। ਗੁਰੂ ਤੇ ਅਸਲ ਉਹੀ ਹੈ ਜਿਹੜਾ ਸਿੱਖ ਦਾ ਅੰਦਰ ਭਰਮ ਨਾ ਤੋੜੇ। ਗੁਰੂ ਕਾਹਦਾ ਹੈ? ਤੇ ਜਦ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ ਤੇ ਛੱਜੂ ਚੀਵਰ ਨੇ ਰੋਕ ਲਿਆ, ਕਹਿਣ ਲੱਗੇ ਪੰਡਤ ਜੀ ਸ਼ਲੋਕਾਂ ਦਾ ਉਚਾਰਨ ਸ਼ੁੱਧ ਕਰੋ, ਤੁਸੀਂ ਉਚਾਰਨ ਹੀ ਗਲਤ ਕਰ ਰਹੇ ਹੋ। ਹੈਰਾਨ ਹੋ ਗਿਆ ਪੰਡਤ ਕਿ ਮੈਂ ਇਤਵਾਂ ਵਿਦਵਾਨ ਇੰਨੇ ਸਾਲਾਂ ਦਾ, ਅੱਜ ਜਿਹਨੂੰ ਕਦੀ ਬੋਲਣਾ ਨਹੀਂ ਆਇਆ, ਜਿਹੜਾ ਅੱਜ ਤੱਕ ਕਦੀ ਮੰਦਰ ਅਸੀਂ ਵੜਨ ਨਹੀਂ ਦਿੱਤਾ, ਇਹਨੇ ਕਦੀ ਸੁਣਿਆ ਨਹੀਂ। ਪਰ ਉਹਨੂੰ ਭੋਲੇ ਨੂੰ ਨਹੀਂ ਪਤਾ ਸੀ ਉਹ ਛੜੀ ਜਿਹੜੀ ਕਿਰਪਾ ਦੀ ਸੀ ਨਾ, ਉਹ ਮੇਰੇ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਸੀ। ਇੱਕ ਵਾਰੀ ਪਿਆਰ ਨਾਲ ਰਸਨਾ ਪਵਿੱਤਰ ਕਰੋ, ਕਹੋ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਫੇਰ ਆਖੋ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਜਦ ਅਰਥ ਕੀਤੇ ਤੇ ਟਹਿ ਪਿਆ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਇੱਥੇ ਤੇ ਪਿੰਗਲੇ ਵੀ ਪਰਬਤ ਤੇ ਚੜ ਜਾਂਦੇ ਨੇ। ਜਿਹੜੇ ਡਾਕਟਰਾਂ ਨੇ ਜਿਹੜੀ ਚੀਜ਼ ਨਾਮੁਮਕਿਨ ਹੈ ਗੁਰੂ ਸਾਹਿਬ ਦੇ ਘਰ ਵਿੱਚ, ਉਹ ਮੁਮਕਿਨ ਹੋ ਜਾਂਦੀ ਹੈ। ਪਾਰ ਪਾਰ ਪਰੇ ਖਲ ਚਤੁਰ ਬਕੀਤਾ, ਇੱਕ ਮੂਰਖ ਵੀ ਇੱਕ ਵਿਦਵਾਨ ਬਣ ਜਾਂਦਾ ਹੈ। ਅੰਧਲੇ ਤ੍ਰਿਭਵਨ ਸੂਝਿਆ, ਅੰਨੇ ਨੂੰ ਵੀ ਇੱਕ ਸੋਝੀ ਆ ਜਾਂਦੀ ਹੈ ਜਦੋਂ ਗੁਰ ਭੇਟ ਪੁਨੀਤਾ, ਗੁਰੂ ਦੇ ਨਾਲ ਭੇਟ ਹੁੰਦੀ ਹੈ। ਮਹਿਮਾ ਸਾਧੂ, ਇਹ ਸਾਧੂ ਦੀ, ਇਹ ਸੰਗਤ ਦੀ ਮਹਿਮਾ ਹੈ। ਮਾਰੇ ਕਹਿੰਦੇ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਕਰੋੜਾਂ ਜਨਮਾਂ ਦੇ ਮੈਲ ਉਤਰ ਜਾਂਦੀ ਹੈ ਤੇ ਨਿਰਮਲ ਭਏ ਚੀਤਾ, ਮਲ ਤੋਂ ਰਹਿਤ, ਨਿਰਮਲ ਮਲ ਤੋਂ ਰਹਿਤ ਅੰਦਰ ਚਿੱਤ ਹੋ ਜਾਂਦਾ ਹੈ। ਬਣ ਗਿਆ ਗੁਰੂ ਦਾ ਸਿੱਖ। ਲਾਲ ਚੰਦ ਜਿਹੜਾ ਉਪਦੇਸ਼ ਦਿੰਦਾ ਸੀ, ਧਰਮ ਦਾ ਵਿਦਵਾਨ ਬ੍ਰਾਹਮਣ, ਉਹੀ ਲਾਲ ਚੰਦ ਅੰਮ੍ਰਿਤ ਛਕ ਕੇ ਲਾਲ ਸਿੰਘ ਬਣ ਕੇ ਉਸ ਚਮਕੌਰ ਦੀ ਗੜੀ ਵਿੱਚ ਸ਼ਹੀਦਾਂ ਦੇ ਵਿੱਚ ਨਾਮ ਲਿਖਵਾਇਆ। ਉਸ ਤਰ੍ਹਾਂ ਲਾਲ ਚੰਦ ਨੇ ਜਿਹੜਾ ਲਾਲ ਸਿੰਘ ਬਣ ਕੇ ਜਿਹੜਾ ਗੁਰੂ ਘਰ ਦੀ ਸੇਵਾ ਕੀਤੀ। ਤੇ ਛੱਜੂ ਚੀਵਰ, ਉਹ ਛੱਜੂ ਚੀਵਰ ਸੀ ਜਿਹਦੀ ਅੰਸ਼ ਚੋਂ ਹਿੰਮਤ ਰਾਏ ਜੀ 5 ਪਿਆਰਿਆਂ ਦੀ ਉਹ ਪਿਆਰ ਗੁਰੂ ਸਾਹਿਬ ਨੇ ਉਹਨੂੰ ਪਿਆਰਿਆਂ ਦੀ ਸੰਗਿਆ ਦਿੱਤੀ। ਉਹ ਛੱਜੂ ਚੀਵਰ ਦੀ ਅੰਸ਼ ਚੋਂ ਸਨ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਤੇ ਤੁਹਾਡੇ, ਮੈਂ ਕਹਿੰਦਾ ਕਦੀ ਅਸੀਂ ਲਾਈਵ ਤੇ ਹੋਈਏ ਨਾ ਗੁਰੂ ਦੇ ਸਾਹਮਣੇ। ਅਸੀਂ ਤੇ ਖਾਲੀ ਮਾਈਕ ਪਦਾਰਥਾਂ ਨਾਲ ਹੀ ਗੁਰੂ ਨਾਲ ਲਾਈਵ ਹੁੰਨੇ ਆ। ਕਦੀ ਗੁਰੂ ਨਾਲ ਲਾਈਵ ਹੋਵੋ, ਗੁਰੂ ਸਾਹਿਬ ਮੇਰੇ ਅੰਦਰ ਦੀ ਜਾਣਦੇ ਹੋ
ਤੇ ਉਹਦੇ ਅੱਗੇ ਰੋ ਕੇ ਤਰਲਾ ਤੇ ਪਾਓ, ਗੁਰੂ ਸਾਹਿਬ ਮੇਰਾ ਇਹ ਔਗਣ ਹੈ, ਮੇਰੇ ਕੋਲੋਂ ਨਹੀਂ ਨਿਕਲਦਾ ਪਿਆ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਹਾਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਤੇ ਜਿਹੜੇ ਸਾਡੇ ਅੰਦਰ ਦੇ ਰੋਗ ਨੇ ਨਾ, ਜਿਹੜੇ ਨਾ ਸਾਧੇ ਜਾਣ ਵਾਲੇ, ਨਾ ਠੀਕ ਹੋਣ ਵਾਲੇ, ਡਾਕਟਰ ਜਵਾਬ ਦੇ ਦੇਣ, ਮਹਾਰਾਜ ਉਹਨਾਂ ਦਾ ਵੀ ਨਿਵਾਰ ਕਰ ਦਿੰਦੇ ਨੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਇਹ ਪੰਜ ਰੋਗ ਨੇ, ਕਾਂ ਕ੍ਰੋਧ ਲੋਭ ਮੋਹ ਹੰਕਾਰ, ਅੱਗੋਂ ਇਹਨਾਂ ਦੀਆਂ ਫੌਜਾਂ ਬੜੀਆਂ ਨੇ, ਪਰ ਮਹਾਰਾਜ ਕਹਿੰਦੇ ਨੇ ਅਸਾਧ ਨੇ, ਜਿਹੜੇ ਕਦੀ ਵੀ ਠੀਕ ਨਾ ਹੋਣ ਵਾਲੇ। ਪਰ ਤੂੰ ਜੇ ਗੁਰੂ ਦੀ ਸ਼ਰਨ ਆ ਗਿਆ, ਇਹ ਸਾਰੇ ਰੋਗ ਤੇਰੇ ਨਿਵਰਤ ਹੋ ਜਾਣਗੇ। ਤੇ ਗੁਰੂ ਨੇ ਉਹ ਖੁਸ਼ੀਆਂ ਵੰਡ ਕੇ ਪਰਿਵਾਰ ਨੂੰ ਵਾਪਸ ਭੇਜਿਆ, ਤੇ ਉਹ ਪਿਆਰ ਵਾਲੇ ਰਸਤੇ ਤੋਂ ਲੰਘ ਕੇ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ, ਫਿਰ ਪਹੁੰਚੇ ਮਹਾਰਾਜ ਇਸ ਪਾਵਨ ਪਵਿੱਤਰ ਧਰਤੀ ਤੇ, ਜਿੱਥੇ ਰਾਜਾ ਜੈ ਸਿੰਘ ਦਾ ਬੰਗਲਾ ਸੀ। ਪਰ ਕੰਨ ਭਰ ਦਿੱਤੇ ਔਰੰਗਜ਼ੇਬ ਨੇ, ਇਹ ਕਹਿ ਦਿੱਤਾ ਕਿ ਜੇ ਸੱਚਾ ਗੁਰੂ ਹੈ ਤੇ ਇਹਦੀ ਅਜ਼ਮਾਇਸ਼ ਜ਼ਰੂਰ ਕਰੋ। ਹੁਣ ਸ਼ਰਧਾ ਵਿੱਚ ਥੋੜੀ ਕਮੀ ਆ ਗਈ। ਮਹਾਰਾਜ ਪਹੁੰਚੇ ਉਸ ਮਹਿਲ ਦੇ ਅੰਦਰ, ਤੇ ਰਾਣੀ ਜਿਹੜੀ ਪਟਰਾਣੀ ਸੀ, ਉਹਨੇ ਸਿਆਣਪ ਦਿਖਾਈ। ਸਾਰੀਆਂ ਦਾਸੀਆਂ ਸੀ, ਗੋਲੀਆਂ ਸੀ, ਉਹ ਵਾਲੇ ਕੱਪੜੇ ਸਾਰਿਆਂ ਨੇ ਇੱਕੋ ਜਿਹੇ ਪਾ ਲਏ। ਪਟਰਾਨੀ ਨੇ ਆਪ ਵੀ ਤੇ ਇੱਕੋ ਜਿਹੀ ਡਰੈਸ ਪਾ ਲਈ ਤੇ ਬਹਿ ਗਏ ਮਹਾਰਾਜ ਦੇ ਅੱਗੇ। ਦੇਖੋ, ਗੁਰੂ ਦੀ ਕਦੀ ਪ੍ਰੀਖਿਆ ਨਾ ਕਰੋ, ਗੁਰੂ ਦੀ ਵਡਿਆਈ ਕਰੋ, ਬਸ ਗੁਰੂ ਦੇ ਉੱਤੇ ਵਿਚਾਰ ਨਾ ਕਰੋ। ਜੋ ਗੁਰ ਕਹੇ ਸੋਈ ਪਲ ਮਾਨੋ, ਗੁਰ ਕਾ ਕਿਹਾ ਗੁਰ ਕੀ ਕਥਨੀ ਕਾਹ, ਗੁਰ ਕਿਹਾ ਸੋ ਕਾਰ ਕਮਾਵੋ, ਗੁਰ ਕੀ ਕਥਨੀ ਕਾਹੇ ਤਾਵੋ। ਗੁਰੂ ਦੀ ਕਥਨੀ ਤੇ ਨਾ ਜਾਓ, ਜੋ ਗੁਰ ਕਹਿ ਰਿਹਾ ਹੈ ਉਹ ਮੰਨੋ, ਬਸ। ਗੁਰੂ ਕੀ ਕਰ ਰਿਹਾ ਇਹ ਸਾਡਾ ਵਿਸ਼ਾ ਨਹੀਂ ਹੈ। ਤੇ ਜਿਸ ਦਿਨ ਸਿੱਖਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਤੇਰਾ ਮਨ ਅਸ਼ਰਦਕ ਹੋ ਗਿਆ, ਸਮਝ ਲਈ ਤੇਰਾ ਬੈਠਿਆ ਬੇਕਾਰ ਹੈ। ਜਿਸ ਦਿਨ ਇੱਕ ਸੋਚ ਲਿਆ ਇਹ ਕੰਮ ਗੁਰੂ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਉਸ ਵੇਲੇ ਸਿੱਖਾ ਤੂੰ ਗੁਰੂ ਘਰ ਵਿੱਚ ਆਇਆ ਵੀ ਤੇ ਗਿਆ ਖਾਲੀ ਗਿਆ, ਮੈਨੂੰ ਖਿਮਾ ਕਰ ਦੇਣਾ। ਪੂਰੀ ਸ਼ਰਧਾ ਲੈ ਕੇ, ਇਹ ਜਿਹੜਾ ਅਸੀਂ ਪੜ੍ਹਨੇ ਆ ਨਾ, ਦਾਨ ਮੰਗਨੇ ਆ, ਜਿਹੜਾ ਇੱਕ ਆਂਦਾ ਦਾਨ, ਭਰੋਸਾ ਦਾਨ, ਇੱਕ ਉਸ ਤੋਂ ਪਹਿਲਾਂ ਵਿਸਾਹ ਦਾਨ, ਇਹ ਇਹੀ ਹੈ ਕਿ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਹੋਵੇ, ਉਹਨੂੰ ਵਿਸਾਹ ਦਾਨ ਕਰਦੇ ਨੇ। ਮੈਨੂੰ ਗੁਰੂ ਤੇ ਵਿਸਾਹ ਹੈ, ਪੂਰਾ ਭਰੋਸਾ ਵਿਸ਼ਵਾਸ, ਇਹ ਹੈ ਭਰੋਸੇ ਦਾ ਹੀ ਨਾਲ ਦਾ ਅੱਖਰ ਹੈ, ਪਰ ਥੋੜਾ ਜਿਹਾ ਫਰਕ ਹੈ ਵੇ ਕਿ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਹੋਵੇ। ਨੋਟ ਕਰ ਲਓ ਕਿ ਗੁਰੂ ਜਿਹੜਾ ਵੀ ਕੋਈ ਵੀ ਦੁਨੀਆ ਦਾ ਕੋਈ ਵੀ ਕਾਰਜ ਲੋਕ ਪਰਲੋਕ ਦਾ, ਗੁਰੂ ਮੇਰਾ ਪੂਰਾ ਕਰੇਗਾ। ਉਸ ਵੇਲੇ ਫਿਰ ਜਦ ਮਹਾਰਾਜ ਬੈਠੇ, ਉਹੀ ਛੜੀ ਗੋਲੀ ਤੇ, ਤੂੰ ਵੀ ਨਹੀਂ ਪਟਰਾਨੀ, ਤੂੰ ਵੀ ਨਹੀਂ ਪਟਰਾਨੀ, ਤੂੰ ਵੀ ਨਹੀਂ ਪਟਰਾਨੀ। ਤੇ ਜਦ ਪਟਰਾਨੀ ਕੋਲ ਗਏ ਤੇ ਰੱਖ ਦਿੱਤੀ ਛੜੀ, ਮਾਂ ਪਟਰਾਨੀ ਹੋ ਕੇ ਗੋਲੀ ਵਾਲੇ ਕੱਪੜੇ ਪਾਉਂਦੇ ਤੁਹਾਨੂੰ ਅੱਛੇ ਨਹੀਂ ਲੱਗਦੇ? ਜੇ ਰੱਬ ਨੇ ਤੁਹਾਨੂੰ ਰਾਣੀ ਬਣਾਇਆ ਹੈ ਤਾਂ ਰਾਣੀ ਵਾਲੇ ਕੱਪੜੇ ਪਾਓ। ਤੇ ਮਹਾਰਾਜ ਝੋਲੀ ਵਿੱਚ ਬਹਿ ਗਏ ਤੇ ਉਹਨਾਂ ਦੇ ਸ਼ੰਕੇ ਨਿਵਰਤ ਹੋ ਗਏ। ਫਿਰ ਉੱਥੇ ਸੰਗਤਾਂ ਨੇ ਉਹ ਲਾਹ ਖੱਟੇ, ਦੇਖੋ ਇਤਨੇ ਲਾਹ ਖੱਟੇ ਕਿ ਈਵਨ ਇਹ ਚੀਜ਼ ਸੁਣ ਕੇ ਔਰੰਗਜ਼ੇਬ ਵੀ ਆਇਆ, ਪਰ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ, ਕਿਉਂਕਿ ਬਚਨ ਮਹਾਰਾਜ ਅਟਲ ਸਨ, ਆਪਣੇ ਪਿਤਾ ਦੇ ਬਚਨ ਦੇ ਬੰਨੇ ਹੋਏ ਸਨ। ਤੇ ਇਤਨਾ ਕੁ ਉਹ ਕ੍ਰੋਧ ਵਿੱਚ ਆਇਆ, ਪਰ ਮਹਾਰਾਜ ਕਿਸੇ ਦੇ ਅਧੀਨ ਹੋ ਕੇ, ਕਿਸੇ ਦੇ ਡਰ ਦੇ ਵਿੱਚ ਗੁਰੂ ਸਾਹਿਬ ਨੇ ਉਹਦੀ ਇਹ ਜਿਹੜੀ ਅਰਜ਼ੀ ਸੀ ਸਵੀਕਾਰ ਨਹੀਂ ਕੀਤੀ। ਤੇ ਉਸ ਵੇਲੇ ਸਮਾਂ ਸੀ, ਸਾਧ ਸੰਗਤ, ਮੈਂ 5-7 ਮਿੰਟ ਦੀ ਸਮਾਪਤੀ ਕਰਨਾ। ਉਸ ਵੇਲੇ ਸਮਾਂ ਸੀ, ਕੁਦਰਤੀ ਉਹ ਪਲੇਗ ਤੇ ਚੇਚਕ ਦੀ ਬਿਮਾਰੀ ਚੱਲ ਰਹੀ ਸੀ, ਜਿਹਨੂੰ ਸਮਾਲ ਪੌਕਸ ਵੀ, ਚਿਕਨ ਪੌਕਸ ਵੀ ਕਹਿੰਦੇ ਨੇ। ਇਹਦਾ ਜ਼ੋਰ ਸੀ। ਪੁਰਾਣੇ ਸਮੇਂ ਸਨ, ਉਹਦਾ ਇਲਾਜ ਨਹੀਂ ਸੀ। ਜਿਸ ਤਰ੍ਹਾਂ ਅੱਜ ਨਵੀਂ ਬਿਮਾਰੀ ਕਰੋਨਾ ਆਈ, ਨਹੀਂ ਪਕੜ ਆ ਰਹੀ, ਉਸ ਵੇਲੇ ਚੇਚਕ ਨਵੀਂ ਬਿਮਾਰੀ ਸੀ ਤੇ ਉਹਦਾ ਰੋਗ ਦਾ ਇਤਨਾ ਇਲਾਜ ਨਹੀਂ ਸੀ। ਬੰਦੇ ਕਾਫੀ ਉਸ ਤੋਂ ਦੁਖੀ ਸਨ, ਪਰੇਸ਼ਾਨ ਸਨ। ਮਹਾਰਾਜ ਦੇ ਉੱਥੇ ਚਰਨਾਂ ਵਿੱਚ ਰੋਜ਼ ਅਰਦਾਸਾਂ ਕਰਦੇ ਸਨ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ। ਮਹਾਰਾਜ ਨੇ ਫਿਰ ਆਪਣਾ ਚਰਨਾਮਤ, ਚਰਨਾਂ ਦਾ ਅੰਮ੍ਰਿਤ ਦੇ ਕੇ ਉਸ ਸੰਗਤਾਂ ਨੂੰ ਰਾਜੀ ਕਰਦੇ ਸਨ। ਪਰ ਸਮੇਂ ਨੇ
ਸਮਾਂ ਆਇਆ, ਕਾਲ ਆਣਾ ਹੀ ਸੀ। ਉਸ ਵੇਲੇ ਮਹਾਰਾਜ ਦੇ ਉੱਤੇ ਇਹ ਚੇਚਕ ਦਾ ਰੋਗ ਆ ਗਿਆ। ਸੰਗਤਾਂ ਨੇ ਬੜਾ ਕਿਹਾ, ਮਹਾਰਾਜ ਤੁਸੀਂ ਤੇ ਆਪ ਦੁੱਖ ਭੰਜਨ ਹੋ, ਕੱਟਣ ਵਾਲੇ ਹੋ ਦੁੱਖ। ਮਹਾਰਾਜ ਕਹਿੰਦੇ ਨਹੀਂ, ਹੁਣ ਸਾਡਾ ਸਮਾਂ ਹੈ, ਹੁਣ ਅਸੀਂ ਇਸ ਜੋਤ ਨੂੰ ਬਦਲਣਾ ਹੈ। ਉਸ ਪਰਮਾਤਮਾ ਦੇ ਹੁਕਮ, ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਅਸੀਂ ਹੁਕਮ ਦੇ ਬੰਨੇ ਹਾਂ, ਅਸੀਂ ਪਰਮਾਤਮਾ ਦੇ ਸ਼ਰੀਕ ਨਹੀਂ ਬੰਨਾ। ਜੋ ਪਰਮਾਤਮਾ ਵੱਲੋਂ ਹੁਕਮ ਹੈ, ਜਿਤਨੀ ਕੁ ਆਰਬਲਾ ਸਾਨੂੰ ਇਸ ਗੁਰਤਾ ਗੱਦੀ ਵਾਸਤੇ ਕਰੀਬ 2.5 ਸਾਲ ਬਣਦੀ ਹੈ, ਕਰੀਬ ਇਤਨਾ ਕੁ ਸਮਾਂ ਮਾਲਕ ਨੇ ਸਾਨੂੰ ਦਿੱਤਾ ਹੈ। ਤੇ ਹੁਣ ਅਸੀਂ ਸਰੀਰ ਨੂੰ ਛੋੜਨਾ ਹੈ। ਤੇ ਰਾਜਾ ਜੈ ਸਿੰਘ ਜੀ ਨੂੰ ਕਿਹਾ ਸੀ, ਹੁਣ ਤੁਹਾਡੇ ਬੰਗਲੇ ਨੂੰ ਅਸੀਂ ਖਾਲੀ ਕਰਨਾ ਹੈ। ਮਹਾਰਾਜ ਉਸ ਬੰਗਲੇ ਨੂੰ ਛੱਡਿਆ। ਤੇ ਦੇਖੋ, ਮੈਂ ਕੱਲ ਵੀ ਕਿਹਾ, ਦੁਨੀਆ ਦੇ ਵਿੱਚ ਕਿੰਨੇ ਰਾਜੇ ਮਹਾਰਾਜੇ ਹੋਏ ਨੇ, ਕਿੰਨੇ ਹੀ ਉਹਨਾਂ ਦੇ ਬੰਗਲੇ ਨੇ। ਤੁਸੀਂ ਤਾਜ ਮਹਿਲ ਦੇਖ ਲਓ, ਹੈ ਜਾ ਕੇ ਚਲੇ ਜਾਓ ਅੰਦਰ, ਕਬੂਤਰ ਤੇ ਵਿਠਾਂ ਤੇ ਅੰਦਰ ਬਿਲਕੁਲ ਇੰਜ ਉਜਾੜ ਪਿਆ, ਵੱਡੇ ਵੱਡੇ ਬੰਗਲੇ ਜਿਨ੍ਹਾਂ ਦੇ ਖੰਡਰ ਹੋਏ ਪਏ ਨੇ। ਪਰ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ, ਉਹ ਫਿਰ ਬੰਗਲਾ ਨਹੀਂ ਰਿਹਾ। ਦੁਨੀਆ ਦੇ ਅੰਦਰ ਬੜੇ ਬੰਗਲੇ ਹੋਣਗੇ, ਪਰ ਬੰਗਲਾ ਸਾਹਿਬ ਵਰਗਾ ਬੰਗਲਾ ਨਹੀਂ ਹੋਏਗਾ। ਅੱਜ ਵੀ ਲੋਕ, ਸੰਗਤਾਂ ਵਾਹਿਗੁਰੂ ਝੋਲੀਆਂ ਭਰ ਕੇ ਇਸ ਸਥਾਨ ਤੋਂ ਅੰਮ੍ਰਿਤ ਲੈ ਕੇ, ਗੁਰੂ ਦੀ ਬਾਣੀ ਦਾ ਸਰਵਣ ਕਰਕੇ, ਗੁਰੂ ਦੀਆਂ ਤਮਾਮ ਖੁਸ਼ੀਆਂ ਅੱਜ ਵੀ ਆਪਣੀ ਝੋਲੀ ਵਿੱਚ ਪਾ ਰਹੇ ਨੇ। ਮਹਾਰਾਜ ਨੇ ਉਸ ਸਥਾਨ ਨੂੰ ਛੱਡਿਆ। ਜਮਨਾ ਦੇ ਕਿਨਾਰੇ ਪਹੁੰਚੇ, ਸੰਗਤਾਂ ਨਾਲ ਸਨ। ਜਿੱਥੇ ਅੱਜ ਗੁਰਦੁਆਰਾ ਬਾਲਾ ਸਾਹਿਬ ਹੈ, ਉੱਥੇ ਵੀ ਅੱਜ ਸੰਗਤਾਂ ਦਾ ਇਕੱਠ ਸੀ, ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ। ਉੱਥੇ ਮਹਾਰਾਜ ਜਾ ਕੇ ਫਿਰ ਸੰਗਤਾਂ ਨੇ ਪੁੱਛਿਆ, ਮਹਾਰਾਜ ਅਸੀਂ ਤੁਹਾਡਾ ਵਿਛੋੜਾ ਕਿਸ ਤਰ੍ਹਾਂ ਸਹਾਂਗੇ? ਤਾਂ ਮਹਾਰਾਜ ਨੇ ਕਿਹਾ, ਜੀ ਸੰਗਤੋ, ਇਹ ਸਮਾਂ ਹੀ ਐਸਾ ਹੈ, ਅਸੀਂ ਸਰੀਰ ਨੂੰ ਹੁਣ ਛੱਡਣਾ ਹੈ। ਸਾਡੀ ਜਿਹੜੀ ਜੋਤ ਹੈ, ਬਾਬਾ ਬੱਸੇ ਗ੍ਰਾਮ ਬਕਾਲੇ, ਉਹ ਬਕਾਲੇ ਵਿੱਚ ਬਾਬੇ ਦੀ ਜੋਤ ਟਿਕ ਗਈ ਹੈ। ਅਸੀਂ ਹੁਣ ਉੱਥੇ ਜਾਣਾ ਹੈ। ਤੇ ਜਿੰਨੇ ਵੀ ਦਰਸ਼ਨ ਕਰਨੇ ਨੇ, ਉਹ 9ਵੇਂ ਗੁਰੂ ਨਾਨਕ ਦੇ ਉਸ ਸਥਾਨ 'ਤੇ ਕਰੋ। ਤਾਂ ਮਹਾਰਾਜ ਨੇ ਉੱਥੇ ਫਿਰ ਲੋਕ ਭਿਆਨਾ ਕੀਤਾ, ਜਿੱਥੇ ਅੱਜ ਉਹ ਵੀ ਅਸਥਾਨ ਬਾਲਾ ਸਾਹਿਬ ਬਣਿਆ ਹੈ, ਬਾਲਾ ਪ੍ਰੀਤਮ ਦੇ ਨਾਮ ਤੋਂ। ਤੇ ਅਸੀਂ ਉਹਨੂੰ ਵੀ ਅੱਜ ਨਤਮਸਤਕ ਹੋਈਏ। ਜਦੋਂ ਸਮਾਂ ਬਣੇ, ਆਪ ਜੀ ਬੰਗਲਾ ਸਾਹਿਬ ਵੀ ਜਾਂਦੇ ਹੋ, ਬਾਲਾ ਸਾਹਿਬ ਵੀ ਕਦੀ ਕਦਾਈ ਜ਼ਰੂਰ ਦਰਸ਼ਨ ਕਰਿਆ ਕਰੋ। ਉੱਥੇ ਅੰਗੀਠੇ ਹਨ ਮਹਾਰਾਜ ਦਾ, ਹੋਰ ਵੀ। ਤੇ ਪੰਜੋਖੜਾ ਸਾਹਿਬ, ਸ਼ੀਸ਼ ਮਹਿਲ, ਕੀਰਤਪੁਰ ਸਾਹਿਬ, ਇਹ ਮਹਾਰਾਜ ਦੀਆਂ ਉਹ ਬਖਸ਼ਿਸ਼ਾਂ ਅੱਜ ਵੀ ਉਸ ਕੋੜੀ ਨੂੰ ਜੇ ਮਿਲ ਰਹੀਆਂ ਨੇ। ਤੇ ਉਹ ਰੁਮਾਲ ਦਿੱਤਾ ਮਹਾਰਾਜ ਨੇ, ਉਸ ਕੋੜੀ ਦੇ ਵੀ ਰੋਗ ਕੱਟੇ। ਤੇ ਅੱਜ ਅਸੀਂ ਵੀ ਅਰਦਾਸ ਕਰੀਏ, ਸੱਚੇ ਪਿਤਾ, ਅਸੀਂ ਵੀ ਕੋਈ ਸਾਡੇ ਉੱਤੇ ਵੀ ਕਿਰਪਾ ਦੀ ਛੜੀ ਰੱਖੋ। ਸਾਡੀ ਵੀ ਹੈ ਬੁੱਧੀ ਮਾਇਕ ਔਰ ਦੁਨੀਆ ਦੀਆਂ ਐਸ਼ੋ ਪ੍ਰਸਤੀਆਂ, ਚੰਚਲਤਾਈਆਂ ਤੋਂ ਨਿਕਲ ਕੇ ਅਸੀਂ ਤੇਰੇ ਨਾਮ ਦੇ ਨਾਲ ਭਿੱਜ ਜਾਈਏ। ਇਹ ਅਰਦਾਸ ਅੱਜ ਕਰਕੇ ਜਾਈਏ। ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ। ਸਾਡਾ